ਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਗਤ ਬਿਰਾਜਤ ਨਿਕਟ ਗੁਰ ਦਰਸ਼ਨ ਤੇ ਸੁਖ ਪਾਏ। ਮਨਹੁ ਸ਼ਾਂਤ ਚਿਤ ਸ਼ਿਵ ਥਿਰਿਓ ਬੀਚ ਮੁਨਨ ਸਮੁਦਾਏ। ਭਗਤ ਬਿਰਾਜਤ ਨਿਕਟ ਗੁਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਗਿਆਨ ਦੇ ਮੁਜੱਸਮੇ ਜੀ ਦਾਨ ਦੇ ਦਾਤੇ ਭਗਤ ਵਛਲ ਕਰੁਣਾ ਨਿਧਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾ ਕਮਲਾਂ ਵਿਖੇ ਸੋਭਨੀਕ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗਾਂ ਵਾਲੇ ਆਪ ਗੁਰਮੁਖ ਗੁਰਸਿੱਖ ਦੂਰੋਂ ਨੇੜਿਓਂ ਚੱਲ ਕੇ ਮਹਾਨ ਯੋਧੇ ਤਤ ਬੇਤੇ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਵਿਖੇ ਸ਼ਰਧਾ ਪ੍ਰੇਮਾ ਭਾਵਨੀ ਦੇ ਨਾਲ ਜੁੜੇ ਹੋਏ ਹੋ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਸਾਧ ਸੰਗਤ ਦੇ ਵਿੱਚ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦੇ ਲਾਹੇ ਪ੍ਰਾਪਤ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਏ। ਸਤਿਗੁਰੂ ਜੀ ਦਇਆ ਕਰਨ ਸਾਰੇ ਜਗਤ ਦਾ ਹੀ ਭਲਾ ਹੋਵੇ। ਸਾਰੇ ਸੰਸਾਰ ਦੇ ਵਿੱਚੋਂ ਆਦੀਆਂ ਬਿਆਦੀਆਂ ਉਪਾਦੀਆਂ ਦਾ ਕਾਲ ਕੰਟਕ ਦਾ ਨਾਸ ਹੋਵੇ। ਗੁਰੂ ਘਰ ਦੀ ਤਾਂ ਅਰਦਾਸ ਹੀ ਇਹ ਹੈ। ਗੁਰਬਾਣੀ ਵਿੱਚੋਂ ਆਪਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ। ਅਰਦਾਸ ਰੂਪ ਦੇ ਵਿੱਚ ਸਰਬੱਤ ਦੇ ਭਲੇ ਲਈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ। ਗੁਰੂ ਨਾਨਕ ਦੇ ਘਰ ਵਿੱਚ ਸਦਾ ਸਰਬੱਤ ਦਾ ਭਲਾ ਮੰਗਿਆ ਜਾਂਦਾ। ਇਸੇ ਤਰ੍ਹਾਂ ਆਪਾਂ ਰੋਜ਼ਾਨਾ ਵੀ ਸਰਬੱਤ ਦੇ ਭਲੇ ਦੀ ਅਰਦਾਸ ਸਾਧ ਸੰਗਤ ਜੀ ਕਰਦੇ ਹਾਂ। ਸੋ ਕਿਰਪਾ ਨਿਧ ਗਰੀਬ ਨਿਵਾਜ ਜੀ ਮਿਹਰਾਂ ਕਰਨ, ਦਇਆ ਦ੍ਰਿਸ਼ਟੀ ਸਾਡੇ ਗਰੀਬਾਂ ਤੇ ਕਰਨ ਤੇ ਸਾਰੇ ਜਗਤ ਦੇ ਵਿੱਚ ਸੁੱਖ ਵਰਤੇ, ਬਿਮਾਰੀਆਂ ਦਾ ਦੁੱਖਾਂ ਦਾ ਮਹਾਂਮਾਰੀਆਂ ਦਾ ਨਾਸ਼ ਹੋਵੇ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਾਡਾ ਮਨ ਵੀ ਟਿਕ ਜਾਵੇ। ਸਾਡੀ ਸੁਰਤ ਦੇ ਵਿੱਚ ਗੁਰੂ ਕਾ ਉਪਦੇਸ਼ ਆਪਣਾ ਘਰ ਕਰ ਲਵੇ। ਸੋ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਦੇ ਵਿੱਚੋਂ ਜੋ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਆਪਾਂ ਵਿਚਾਰਦੇ ਹਾਂ, ਦਰਸ਼ਨ ਕਰਦੇ ਹਾਂ। ਸਾਧ ਸੰਗਤ ਜੀ, ਪਿਛਲੇ ਕਈ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਸੰਕਲਨ ਦੀ ਜਿਹੜੀ ਮਹਾਨ ਸੇਵਾ ਹੈ, ਮਹਾਨ ਕਾਰਜ ਹੈ,
ਇਹਦੀ ਵਾਰਤਾ ਚੱਲਦੀ ਪਈ ਸੀ ਕਿ ਕਿਵੇਂ ਸੱਚੇ ਪਾਤਸ਼ਾਹ ਜੀ ਨੇ ਪੋਥੀਆਂ ਮੰਗਵਾਈਆਂ, ਫਿਰ ਮਹਾਰਾਜ ਜੀ ਨੇ ਬਾਣੀ ਨੂੰ ਅੱਡ-ਅੱਡ ਰਾਗਾਂ ਦੇ ਵਿੱਚ ਵੰਡਿਆ, ਬਾਣੀ ਦੀ ਖਾਸ ਤਰਤੀਬ ਬਣਾਈ, ਮਹੱਲੇ ਦੇ ਸ਼ਬਦ ਨੂੰ ਕਿਵੇਂ ਮਹਾਰਾਜ ਜੀ ਨੇ ਵਿੱਚ ਪਾ ਕੇ ਬਹੁਤ ਆਸਾਨੀ ਕਰ ਦਿੱਤੀ ਸਾਡੇ ਲਈ ਬਾਣੀ ਪੜ੍ਹਨ ਵਾਸਤੇ, ਸਮਝਣ ਵਾਸਤੇ। ਫਿਰ ਬਾਣੀ ਦੀ ਖਾਸ ਤਰਤੀਬ ਦਿੱਤੀ, ਭਗਤ ਬਾਣੀ ਚੜ੍ਹਾਈ, ਤੇ ਭਗਤ ਬਾਣੀ ਤੋਂ ਉਪਰੰਤ ਮਹਾਰਾਜ ਜੀ ਨੇ ਰਾਗਾਂ ਦੀ ਸਮਾਪਤੀ ਤੋਂ ਬਾਅਦ ਇਹ ਤੇ ਸਾਧ ਸੰਗਤ ਜੀ ਸ਼ਲੋਕ ਸਹਿਸਕ੍ਰਿਤੀ ਦੀ ਵੀ ਵਾਰਤਾ ਆਪਾਂ ਸੁਣ ਲਈ ਹੈ ਕਿ ਸ਼ਲੋਕ ਸਹਿਸਕ੍ਰਿਤੀ ਉਹ ਕਿਵੇਂ ਦਰਜ ਹੋਏ। ਅੱਜ ਦੇ ਪ੍ਰਸੰਗ ਦੇ ਵਿੱਚ ਭੱਟਾਂ ਦਾ ਜ਼ਿਕਰ ਆਵੇਗਾ, ਭੱਟਾਂ ਦੇ ਸਵਈਏ, ਭੱਟਾਂ ਦੀ ਬਾਣੀ, ਉਹਨਾਂ ਮਹਾਂਪੁਰਖਾਂ ਦੇ ਵੀ ਦਰਸ਼ਨ ਕਰਨੇ ਨੇ, ਕਿਉਂਕਿ ਅਕਸਰ ਬਹੁਤਾ ਕਰਕੇ ਸਾਨੂੰ ਜਾਣਕਾਰੀ ਨਹੀਂ ਹੈ ਭੱਟਾਂ ਬਾਰੇ। ਬਹੁਤਿਆਂ ਨੂੰ ਇੰਨਾ ਕਿ ਸਾਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂ ਸਾਹਿਬ ਜੀ ਦੀ, 15 ਭਗਤਾਂ ਦੀ, 11 ਭੱਟਾਂ ਦੀ ਬਾਣੀ ਦਰਜ ਹੈ। ਉਹ 11 ਭੱਟਾਂ ਦੀ ਮਹਾਂਪੁਰਖਾਂ ਦੀ ਕੀ ਕਰਨੀ ਕਮਾਈ ਹੈ ਇਹਦਾ ਨਹੀਂ ਪਤਾ। ਕਈ ਵਾਰਾਂ ਕੋਈ ਸੱਜਣ ਜਾਣਕਾਰ ਥੋੜਾ ਹੋਵੇ ਤੇ ਉਹ ਕਈ ਸਵਾਲ ਵੀ ਪੁੱਛ ਲੈਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਸ਼ਹੀਦਾਂ ਦੀ ਬਾਣੀ ਦਰਜ ਹੈ। ਇਹ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ ਕਿੰਨੇ ਸ਼ਹੀਦਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਸਾਧ ਸੰਗਤ ਜੀ, 4 ਸ਼ਹੀਦਾਂ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਉਹਨਾਂ 4 ਸ਼ਹੀਦਾਂ ਦੇ ਵਿੱਚੋਂ 2 ਗੁਰੂ ਸਾਹਿਬ ਨੇ ਤੇ 2 ਭੱਟ ਸਾਹਿਬ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ 2 ਪਾਤਸ਼ਾਹੀਆਂ ਜਿਨ੍ਹਾਂ ਨੇ ਸ਼ਹੀਦੀ ਪਾਈ ਹੈ। ਤੇ 11 ਭੱਟਾਂ ਦੇ ਵਿੱਚੋਂ 2 ਭੱਟ ਸਾਹਿਬ ਐਸੇ ਮਹਾਂਪੁਰਖ ਕਰਨੀ ਕਮਾਈ ਵਾਲੇ ਨੇ। ਕਰਨੀ ਕਮਾਈ ਵਾਲੇ ਤਾਂ ਸਾਰੇ ਹੀ ਨੇ, ਪਰ ਇਹਨਾਂ 2 ਦਾ ਜਿਨ੍ਹਾਂ ਦਾ ਜ਼ਿਕਰ ਕਰਦੇ ਹਾਂ, ਇੱਕ ਤੇ ਆਪਾਂ ਬਚਨ ਪੜ੍ਹਦੇ ਹਾਂ ਨਾ, ਜ਼ਿਆਦਾਤਰ ਸਾਨੂੰ ਸਾਰਿਆਂ ਨੂੰ ਸਾਧ ਸੰਗਤ ਜੀ ਇਹ ਬਚਨ ਜ਼ਬਾਨੀ ਹੀ ਯਾਦ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਦੇ ਰੂਪ ਦੇ ਵਿੱਚ ਇਹ ਛੰਦ ਹੈ। ਆਪਣੇ ਜੀਵਨ ਨੂੰ ਰਸਾਤਲ ਵਿੱਚ ਡਿੱਗਾ ਵੇਖਣਾ, ਆਪਣੇ ਅਵਗੁਣਾਂ ਨੂੰ ਅੱਖਾਂ ਅੱਗੇ ਲਿਆਉਣਾ, ਤੇ ਫਿਰ ਬੇਨਤੀ ਕਰਕੇ ਕਹਿਣਾ ਜੀ ਮੇਰੇ ਵਰਗਾ ਮਾੜਾ, ਮੇਰੇ ਵਰਗਾ ਨੀਚ ਕੋਈ ਨਹੀਂ, ਕਿਰਪਾ ਕਰਕੇ ਆਪਣੀ ਸੰਗਤ ਦੇ ਵਿੱਚ ਮਿਲਾ ਕੇ ਮੈਨੂੰ ਗਰੀਬ ਨੂੰ ਵੀ ਤਾਰ ਦਿਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇਹ ਜਿਹੜੇ ਮਹਾਂਪੁਰਖ ਦਾ ਨਾਮ ਆਇਆ ਨਾ, ਇੱਕ ਅਰਦਾਸ ਭਾਟ ਕੀਰਤ ਕੀ, ਜਿੱਤੇ ਇਹ ਸੰਤ ਹੈ, ਇਹ ਸੰਤ ਦੇ ਨਾਲ ਨਾਲ ਸਿਪਾਹੀ ਵੀ ਹੈ। 6ਵੇਂ ਪਾਤਸ਼ਾਹ ਜੀ ਦੀ ਫੌਜ ਦੇ ਜਰਨੈਲ ਬਣੇ ਤੇ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਭੱਟ ਕੀਰਤ ਜੀ ਸ਼ਹੀਦ ਹੋਏ ਨੇ ਅੰਮ੍ਰਿਤਸਰ ਸਾਹਿਬ ਜੀ ਦੀ ਜੰਗ ਦੇ ਵਿੱਚ। ਐਵੇਂ ਹੀ ਆਪਾਂ ਬਚਨ ਪੜ੍ਹਦੇ ਹਾਂ, ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਜਿਨ੍ਹਾਂ ਦਾ ਇਹ ਬਚਨ ਹੈ ਨਾ, ਭੱਟ ਮਥਰਾ ਜੀ, ਇਹ ਵੀ ਕੋਈ ਆਮ ਸਧਾਰਨ ਜੈ ਮਾਲਾ ਪਕੜ ਕੇ ਬੈਠੇ ਸੰਤ ਨਾ ਸਮਝ ਲੈਣਾ। ਇਹ ਜਿੱਤੇ ਸੰਤ ਨੇ, ਜਿੱਤੇ ਬ੍ਰਹਮ ਗਿਆਨੀ ਨੇ, ਜਿੱਤੇ ਬਾਣੀ ਦੇ ਰਚੈਤਾ ਨੇ, ਉੱਤੇ ਮੈਦਾਨੇ ਜੰਗ ਦੇ ਵਿੱਚ ਖੰਡਾ ਖੜਕਾ ਕੇ ਸ੍ਰੀ ਹਰਗੋਬਿੰਦਪੁਰ ਦੀ ਜੰਗ ਦੇ ਵਿੱਚ ਇਹ ਮਹਾਂਪੁਰਖ ਸ਼ਹੀਦ ਹੋਏ ਹਨ। ਸੋ ਭੱਟ ਕੀਰਤ ਜੀ ਤੇ ਸਾਧ ਸੰਗਤ ਜੀ ਭੱਟ ਮਥਰਾ ਜੀ, ਇਹ ਦੋਵੇਂ ਮਹਾਂਪੁਰਖ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੇ ਸੰਤ ਸਿਪਾਹੀ ਨੇ। ਸੋ ਐਸੇ ਨੇ ਇਹ ਭੱਟ ਮਹਾਰਾਜ, ਇਹ ਗੁਰੂ ਕੇ ਪਿਆਰੇ, ਜਿਨ੍ਹਾਂ ਨੇ ਸਾਧ ਸੰਗਤ ਜੀ, ਇਹ ਤਕਰੀਬਨ ਖਾਨਦਾਨ ਸਾਰਾ ਇੱਕ ਹੀ ਹੈ, ਆਪੋ ਵਿੱਚ ਦੀ
ਇਹ ਭਰਾ ਲੱਗਦੇ ਨੇ, ਪਿਓ ਪੁੱਤਰ ਲੱਗਦੇ ਨੇ, ਚਾਚੇ ਭਤੀਜੇ ਲੱਗਦੇ ਨੇ। ਇਹ ਜਿੰਨੇ 11 ਮਹਾਂਪੁਰਖ ਨੇ, ਧੰਨ ਭਾਗ ਨੇ ਐਸੇ ਮਹਾਂਪੁਰਖਾਂ ਦੇ, ਜਿਨ੍ਹਾਂ ਦਾ ਸਾਰਾ ਖਾਨਦਾਨ, ਸਾਰਾ ਪਰਿਵਾਰ ਹੀ ਗੁਰੂ ਕੀ ਨਜ਼ਰ ਵਿੱਚ ਪ੍ਰਵਾਨ ਚੜ ਗਿਆ। ਖਾਸ ਕਰਕੇ ਜੋ ਭੱਟ ਕੀਰਤ ਜੀ ਨੇ ਨਾ, ਇਹਨਾਂ ਦੇ ਪਰਿਵਾਰ ਦੇ ਵਿੱਚੋਂ ਅੱਗੇ ਇਹਨਾਂ ਦੇ ਪੋਤਰੇ ਪੜਪੋਤਰੇ ਬੜੇ ਸ਼ਹੀਦ ਹੋਏ ਨੇ। ਇਹਨਾਂ ਦਾ ਖਾਨਦਾਨ ਸ਼ਹੀਦਾਂ ਦਾ ਖਾਨਦਾਨ ਹੈ। ਸੋ ਉਹਨਾਂ ਮਹਾਂਪੁਰਖਾਂ ਦੇ ਬਾਬਤ ਬਹੁਤ ਘੱਟ ਜਾਣਕਾਰੀ ਸਾਨੂੰ ਮਿਲਦੀ ਹੈ। ਇੰਨਾ ਕੀ ਜਾਣਕਾਰੀ ਮਿਲਦੀ ਹੈ ਕਿ ਬ੍ਰਾਹਮਣ ਦੀਆਂ ਬਣਾਈਆਂ ਜਾਤਾਂ ਦੇ ਵਿੱਚੋਂ ਇਹ ਬੜੇ ਸਨਮਾਨਜਨਕ ਸਨ। ਇਹਨਾਂ ਦੇ ਵੱਡੇ ਵਡੇਰੇ ਗੌੜ ਬ੍ਰਾਹਮਣ ਸਨ ਤੇ ਬੜੇ ਬੜੇ ਵਿਦਵਾਨ ਸੀ, ਬਹੁਤ ਪੜ੍ਹੇ ਲਿਖੇ ਸੀ, ਸੰਸਕ੍ਰਿਤ ਦੇ ਬੜੇ ਤਗੜੇ ਪੰਡਿਤ ਲੋਕ, ਰਾਜ ਕਾਜ ਦੇ ਚੰਗੇ ਗਿਆਤਾ, ਕਵਿਤਾ ਬੜੀ ਪਿਆਰੀ ਰਚਦੇ ਤੇ ਜ਼ਿਆਦਾਤਰ ਇਹਨਾਂ ਦਾ ਰਾਜ ਘਰਾਣਿਆਂ ਦੇ ਨਾਲ ਹੀ ਸੰਬੰਧ ਹੁੰਦਾ। ਇਹਨਾਂ ਦੇ ਵਿੱਚੋਂ ਕੋਈ ਤਾਂ ਕਿਸੇ ਰਾਜ ਘਰਾਣੇ ਦਾ ਕੁਲ ਪੁਰੋਹਿਤ ਹੈ ਤੇ ਕੋਈ ਸਾਧ ਸੰਗਤ ਜੀ ਕਿਸੇ ਵੱਡੇ ਮੰਦਰ ਦਾ ਪੁਜਾਰੀ ਹੈ, ਕੋਈ ਇਹਨਾਂ ਦੇ ਵਿੱਚੋਂ ਰਾਜੇ ਦੇ ਦਰਬਾਰ ਦਾ ਕਵੀ ਹੈ। ਇਸੇ ਤਰ੍ਹਾਂ ਕੋਈ ਰਾਜੇ ਦੇ ਸੁਪਨਿਆਂ ਦੀ ਵਿਆਖਿਆ ਕਰਨ ਵਾਲਾ, ਅੱਡ ਅੱਡ ਤਰੀਕਿਆਂ ਦੇ ਇਹ ਬੜੇ ਬੜੇ ਉੱਚੇ ਅਹੁਦਿਆਂ ਤੇ ਰਾਜ ਦਰਬਾਰਾਂ ਦਾ ਸ਼ਿੰਗਾਰ ਬਣਿਆ ਕਰਦੇ। ਇਹਨਾਂ ਦੇ ਵਿੱਚੋਂ ਹੀ ਹੌਲੀ ਹੌਲੀ ਜਦੋਂ ਰਾਜਪੂਤ ਰਾਜਿਆਂ ਦੀ ਕਲਾ ਢਿੱਲੀ ਪੈ ਗਈ, ਮੁਸਲਮਾਨਾਂ ਦਾ ਜ਼ੋਰ ਪੈ ਗਿਆ, ਤਾਂ ਇਹਨਾਂ ਦੇ ਵੀ ਰਾਜ ਦਰਬਾਰ ਦੇ ਵਿੱਚੋਂ ਜਿਹੜੇ ਹਾਲਾਤ ਸਨ ਉਹ ਫਿਰ ਖਰਾਬ ਹੋਣ ਲੱਗ ਪਏ। ਇਹਨਾਂ ਨੇ ਹੌਲੀ ਹੌਲੀ ਫਿਰ ਹੋਰ ਥਾਵਾਂ ਤੇ ਕੰਮ ਕਾਰੋਬਾਰ ਸ਼ੁਰੂ ਕੀਤੇ। ਭੱਟਾਂ ਦਾ ਜਿਹੜਾ ਇਹ ਖਾਨਦਾਨ ਹੈ, ਇਹ ਖਾਨਦਾਨ ਦੇ ਅੰਦਰ ਮੁੱਢ ਤੋਂ ਲੈ ਕੇ ਨਿਰਮਲਤਾਈ ਸੀ। ਨਿਰਮਲਤਾਈ ਵਿਖਾਵੇ ਦੀ ਨਹੀਂ, ਦਿਲਾਂ ਵਾਲੀ ਦੀ ਗੱਲ ਕਰਦੇ। ਕਰਪਟ ਨਹੀਂ ਸਨ, ਸੱਚੀ ਸੁੱਚੀ ਭਾਵਨਾ ਵਾਲੇ। ਤੇ ਇਹਨਾਂ ਦੇ ਮਨ ਦੇ ਵਿੱਚ ਖਾਸ ਕਰਕੇ ਭਗਤ ਭਿੱਖਾ ਜੀ ਭੱਟ ਜੀ ਜਿਹੜੇ ਨੇ, ਉਹਨਾਂ ਦੇ ਮਨ ਦੇ ਵਿੱਚ ਪਿਆਸ ਜਾਗੀ ਕਿ ਕੋਈ ਸੱਚਾ ਸਾਧੂ ਲੱਭ ਪਵੇ, ਸੱਚਾ ਸੰਤ ਮਹਾਂਪੁਰਖ ਕੋਈ ਲੱਭ ਪਵੇ। ਤੇ ਉਹ ਸੱਚਾ ਜਿਹੜਾ ਸੰਤ ਹੈ ਉਹ ਲੱਭਣ ਲਈ ਇਹ ਬੜੀਆਂ ਥਾਵਾਂ ਤੇ ਭਟਕਦੇ ਰਹੇ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ, ਕਿਉਂਕਿ ਸਿਆਣੇ ਸਨ, ਵੇਦਾਂ ਸ਼ਾਸਤਰਾਂ ਦੇ ਚੰਗੇ ਗੂੜ ਗਿਆਤਾ ਤੇ ਬਹੁਤ ਬਹੁਤ ਵਿਦਿਆ ਪੜ੍ਹੀ ਹੋਈ, ਬਹੁਤ ਤਪ ਕੀਤੇ ਹੋਏ। ਸਾਧ ਸੰਗਤ ਜੀ ਸਾਰੇ ਕੰਮ ਧੰਦੇ ਛੱਡ ਕੇ, ਪਰਿਵਾਰ ਛੱਡ ਕੇ ਤੇ ਇਹ ਲਗਾਤਾਰ ਸੱਚਾ ਸੰਤ ਲੱਭਣ ਵਾਸਤੇ ਤੁਰੇ। ਤੇ ਆਖਰ ਜਦੋਂ ਇਹਨਾਂ ਦੇ ਮਨ ਦੀ ਤ੍ਰਿਪਤੀ ਹੋਣ ਦਾ ਸਮਾਂ ਆਇਆ, ਸਬੱਬ ਬਣ ਗਿਆ, ਗੋਇੰਦਵਾਲ ਸਾਹਿਬ ਆ ਕੇ ਪੂਰੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ। ਇਹਦੇ ਸੰਬੰਧ ਵਿੱਚ ਮਤ ਭੇਦ ਹੈ ਕਿ ਇਹ ਭੱਟ ਸਾਹਿਬ ਗੁਰੂ ਕੀ ਹਜ਼ੂਰੀ ਵਿੱਚ ਕਦੋਂ ਆਏ। ਕਈਆਂ ਨੇ ਤਾਂ ਇਹ ਤੋਂ ਤੱਕ ਲਿਖਿਆ ਕਿ ਇਹ ਤੀਸਰੇ ਪਾਤਸ਼ਾਹ ਜੀ ਦੇ ਵੇਲੇ ਹੀ ਆ ਗਏ, ਕਈਆਂ ਨੇ ਚੌਥੇ ਪਾਤਸ਼ਾਹ ਜੀ ਦਾ ਵਰਣਨ ਕੀਤਾ। ਤੇ ਸਾਧ ਸੰਗਤ ਜੀ ਬਹੁਤਿਆਂ ਦਾ ਖਿਆਲ ਇਹ ਹੈ ਕਿ ਭੱਟ ਸਾਹਿਬ ਇਹ 1581 ਵਿੱਚ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਿਵਾਜ ਜੀ ਗੁਰਤਾ ਗੱਦੀ ਤੇ ਬਿਰਾਜੇ ਨੇ, ਉਦੋਂ ਪਹਿਲੀ ਵਾਰ ਸਤਿਗੁਰਾਂ ਦੇ ਨਾਲ ਆ ਕੇ ਮਿਲੇ। ਜਿਹੜਾ ਭੱਟ ਮਿਲਾਪ ਦਿਵਸ ਵੀ ਮਨਾਇਆ ਜਾਣ ਲੱਗ ਪਿਆ ਹੁਣ ਤਾਂ, ਉਹ ਵੀ ਸੱਜਣ ਇਹੋ ਹੀ ਮੰਨਦੇ ਨੇ ਕਿ 1581 ਵਿੱਚ ਮਹਾਰਾਜ ਜੀ ਨੂੰ ਆ ਕੇ ਮਿਲੇ। ਬਾਕੀ ਇਹ ਫਾਈਨਲ ਕੋਈ ਨਹੀਂ ਹੈ, ਕਿਉਂਕਿ ਅੱਡ ਅੱਡ ਸੋਰਸ ਅੱਡ ਅੱਡ ਤਰ੍ਹਾਂ ਦੀਆਂ ਤਰੀਕਾਂ ਦੱਸਦੇ ਨੇ। ਸਮਝਣ ਵਾਲੀ ਗੱਲ ਕੇਵਲ ਅਸਲ ਇੰਨੀ ਹੈ ਕਿ ਇਹ ਰੱਬ ਦੇ ਘਰ ਦਾ ਰਾਹ ਲੱਭਦੇ 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 ਜਦੋਂ ਥੱਕ ਗਏ, ਹਾਰ ਗਏ, ਤਾਂ ਇਹਨਾਂ ਦਾ ਮਿਲਾਪ ਸਤਿਗੁਰੂ ਦੇ ਨਾਲ, ਪੂਰੇ ਗੁਰੂ ਦੇ ਨਾਲ ਹੋਇਆ। ਮਨ ਨੂੰ ਤਸੱਲੀ ਹੋ ਗਈ, ਮਨ ਮੰਨ ਗਿਆ। ਫਿਰ ਇਹਨਾਂ ਨੇ ਸਤਿਗੁਰਾਂ ਦੇ ਘਰ ਸੇਵਾ ਕੀਤੀ ਤੇ ਸੇਵਾ ਕਰਦਿਆਂ ਕਰਦਿਆਂ, ਬਾਣੀ ਪੜ੍ਹਦਿਆਂ ਪੜ੍ਹਦਿਆਂ ਇਹਨਾਂ ਦੇ ਅੰਦਰ ਪਰਮੇਸ਼ਰ ਦੀ ਜੋਤ ਐਸੀ ਪ੍ਰਗਟ ਹੋਈ, ਇਹਨਾਂ ਦੇ ਮੁਖ ਤੋਂ ਜੋ ਵਡਿਆਈ ਦੇ ਬੋਲ ਨਿਕਲੇ
ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਗ੍ਹਾ ਦਿੱਤੀ ਹੈ। ਤੇ ਇਹਨਾਂ ਦੇ ਵਿੱਚੋਂ ਹੀ ਬੜੇ ਸੂਰਮੇ ਤੇ ਯੋਧੇ ਵੀ ਅੱਗੇ ਹੋਏ। ਆਰੰਭ ਵਿੱਚ ਜਿਵੇਂ ਬੇਨਤੀ ਕੀਤੀ ਕਿ ਭੱਟ ਕੀਰਤ ਜੀ ਤੇ ਭੱਟ ਮਥਰਾ ਜੀ, ਇਹ ਦੋ ਮਹਾਂਪੁਰਖ ਨੇ ਸੰਤ ਸਿਪਾਹੀ ਜਿਹੜੇ 6ਵੇਂ ਪਾਤਸ਼ਾਹ ਜੀ ਦੀ ਫੌਜ ਵਿੱਚ ਭਰਤੀ ਹੋਏ। ਸਾਧ ਸੰਗਤ ਜੀ, ਮੈਦਾਨੇ ਜੰਗ ਵਿੱਚ ਜੂਝ ਕੇ ਇੱਕ ਅੰਮ੍ਰਿਤਸਰ ਸਾਹਿਬ ਦੀ ਜੰਗ ਵਿੱਚ, ਇੱਕ ਹਰਗੋਬਿੰਦਪੁਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ। ਆਓ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦਾ ਧਰੀਏ ਧਿਆਨ। ਸਾਰੀ ਸੰਗਤ ਲਵਾਓ ਹਾਜ਼ਰੀਆਂ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਭਗਤ ਬਿਰਾਜਤ ਨਿਕਟ ਗੁਰ, ਦਰਸ਼ਨ ਤੇ ਸੁਖ ਪਾਏ। ਭਗਤ ਸਤਿਗੁਰਾਂ ਦੇ ਨਾਲ ਬਿਰਾਜੇ ਨੇ। ਭੌਤਿਕ ਅਰਥਾਂ ਵਿੱਚ ਨਹੀਂ ਇਹਨੂੰ ਲੈਣਾ, ਇਹਨੂੰ ਆਤਮਿਕ ਅਰਥਾਂ ਵਿੱਚ ਲੈਣਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਜਿੱਤੇ ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਮਹਾਰਾਜ, ਸ਼੍ਰੀ ਗੁਰੂ ਰਾਮਦਾਸ ਸੱਚੀ ਸਰਕਾਰ ਔਰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਰਾਜਮਾਨ ਨੇ, ਉਹਦੇ ਨਾਲ ਦੀ ਨਾਲ ਹੀ ਭਗਤ ਕਬੀਰ ਜੀ ਵੀ ਬੈਠੇ ਨੇ, ਭਗਤ ਨਾਮਦੇਵ ਸਾਹਿਬ ਜੀ, ਰਵਿਦਾਸ ਜੀ, ਤਰਲੋਚਨ ਜੀ, ਬੇਣੀ ਜੀ, ਧੰਨਾ ਜੀ, ਭਗਤ ਜੈਦੇਵ ਜੀ। ਇਸੇ ਪ੍ਰਕਾਰ ਸਾਧ ਸੰਗਤ ਜੀ ਭਗਤ ਭੀਖਨ ਜੀ, ਭਗਤ ਪੀਪਾ ਜੀ, ਰਾਮਾਨੰਦ ਜੀ, ਪਰਮਾਨੰਦ ਜੀ, ਸੂਰਦਾਸ ਜੀ, ਸੈਣ ਜੀ, ਸਧਨਾ ਜੀ, ਸ਼ੇਖ ਫਰੀਦ ਜੀ ਵੀ ਨਾਲ ਹੀ ਬੈਠੇ ਨੇ। ਸੋ ਸਤਿਗੁਰਾਂ ਦੇ ਨਾਲ ਭਗਤ ਵੀ ਬਰਾਬਰ ਹੀ ਨੇ। ਸਤਿਗੁਰਾਂ ਨੇ ਆਪਣੇ ਨਾਲ ਬਿਠਾ ਲਿਆ ਹੈ, ਇੱਕ ਮਿੱਕ ਆਪਣੇ ਆਪ ਨੂੰ ਭਗਤਾਂ ਦੇ ਨਾਲ ਕਰ ਲਿਆ ਹੈ। ਤੇ ਜਿਹੜਾ ਸਤਿਗੁਰਾਂ ਦੇ ਭਗਤਾਂ ਦੇ ਦਰਸ਼ਨ ਕਰਦਾ ਹੈ ਨਾ, ਕੇਵਲ ਭਗਤੀ ਨਹੀਂ, ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ, ਬਾਬਾ ਸੁੰਦਰ ਜੀ, ਇਹ ਤਿੰਨ ਗੁਰੂ ਕੇ ਸਿੱਖ ਨੇ। ਚੌਥੇ ਭਾਈ ਮਰਦਾਨਾ ਜੀ, ਜਿਨ੍ਹਾਂ ਦੇ ਸਤਕਾਰ ਵਿੱਚ, ਜਿਨ੍ਹਾਂ ਨੂੰ ਸੰਬੋਧਨ ਹੋ ਕੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਦੋ ਸ਼ਬਦ, ਦੋ ਸ਼ਲੋਕ ਉਚਾਰੇ ਨੇ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ, ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ, ਮਜਲਸ ਕੂੜੇ ਲੱਭ ਕੀ ਪੀਪੀ ਹੋਏ ਖੁਆਰ। ਇਹ ਜਿਹੜੇ ਬਚਨ ਨੇ ਨਾ, ਇਹ ਭਾਈ ਮਰਦਾਨਾ ਜੀ ਦੇ ਪ੍ਰਥਾਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ। ਇਸ ਤਰ੍ਹਾਂ ਭਾਈ ਮਰਦਾਨਾ ਜੀ ਵੀ ਵਿੱਚ ਹੀ ਸ਼ਾਮਲ ਨੇ। ਸੋ ਉਹਨਾਂ ਦੇ ਨਾਲ ਦੀ ਨਾਲ ਇਹ 11 ਭੱਟ ਹਨ, ਜਿਨ੍ਹਾਂ ਦੇ ਜਥੇਦਾਰ ਨੇ ਬਾਬਾ ਕੀਰਤ ਜੀ, ਭੱਟ ਕੀਰਤ ਜੀ। ਫਿਰ ਇਸੇ ਵਾਹਿਗੁਰੂ ਭੱਟ ਕਲ ਸਹਾਰ ਜੀ ਜਥੇਦਾਰ ਨੇ, ਭਗਤ ਭਿੱਖਾ ਜੀ, ਇਹਨਾਂ ਦੇ ਅੱਗੇ ਪੁੱਤਰ ਨੇ ਭਗਤ ਕੀਰਤ ਜੀ। ਤੋ ਇਹ ਸਾਰੇ ਜਿਹੜੇ 11 ਦੇ 11 ਭੱਟ ਹਨ, ਇਹਨਾਂ ਦੇ ਵਿੱਚੋਂ ਜਿਹੜਾ ਨਾਮ ਆਉਂਦੇ ਨੇ ਟੱਲ, ਕਲ ਤੇ ਕਲ ਸਹਾਰ। ਇਹ ਸਾਧ ਸੰਗਤ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਖੋਜ ਨੂੰ ਸਾਰੇ ਗਿਆਨੀ ਹਰਬੰਸ ਸਿੰਘ ਜੀ ਨੇ ਵੀ ਐਵੇਂ ਮੰਨਿਆ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਨੇ ਆਪਣੀ ਪੁਸਤਕ ਸ਼ਬਦ ਗੁਰੂ ਗੁਰਜਾਣੀਆਂ ਦੇ ਵਿੱਚ ਵੀ ਐਵੇਂ ਮੰਨਿਆ। ਇਸ ਤਰ੍ਹਾਂ ਕਰਕੇ ਸਾਰਿਆਂ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਕੋਟੀ ਅਨੁਸਾਰ ਹੀ ਇਹ ਗੱਲ ਮੰਨੀ ਹੈ ਕਿ ਭਗਤਾਂ ਦੀ ਗਿਣਤੀ 11 ਹੈ। ਕਲ ਸਹਾਰ, ਕਲ ਤੇ ਟੱਲ ਇਹ ਇੱਕੋ ਮਹਾਂਪੁਰਖ ਦੇ ਨਾਮ ਨੇ। ਵੈਸੇ ਜਿਹੜਾ ਪੁਰਾਤਨ ਸੰਪਰਦਾਇ ਹੈ ਉਹਨੇ ਕਲ ਨੂੰ, ਟੱਲ ਨੂੰ ਤੇ ਕਲ ਸਹਾਰ ਨੂੰ ਅੱਡ ਅੱਡ ਮੰਨਿਆ ਹੈ। ਦਾਸ ਨੂੰ ਵੀ ਵੱਖਰਾ ਮੰਨਿਆ ਹੈ। ਇਸ ਤਰ੍ਹਾਂ ਸੇਵਕ ਨੂੰ ਵੱਖਰਾ ਮੰਨਿਆ ਕਰਕੇ ਉਹ ਗਿਣਤੀ 16 ਜਾਂ 17 ਵੀ ਕਈਆਂ ਨੇ ਕਹੀ ਹੈ। ਪਰ ਅੱਜ ਕੱਲ੍ਹ ਜਿਹੜੀ ਪ੍ਰਮਾਣਿਕ ਮੰਨੀ ਜਾਂਦੀ ਗਿਣਤੀ ਹੈ ਨਾ, ਉਹ 11 ਹੈ। ਇਸ ਤਰ੍ਹਾਂ ਇਹ ਮਹਾਂਪੁਰਖ ਵੀ ਸਤਿਗੁਰਾਂ ਦੇ ਨਾਲ ਹੀ ਬਿਰਾਜੇ ਹੋਏ ਹਨ। ਮਨ ਹੋ ਸ਼ਾਂਤ ਚਿਤ ਸ਼ਿਵ ਥਿਰਿਓ, ਬੀਚ ਮੁਨਨ ਸਮੁਦਾਏ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਅਡੋਲ ਸਮਾਧੀ ਦੇ ਵਿੱਚ ਹਨ ਤੇ ਸਾਰੇ ਸਿੱਖ, ਸਾਰੇ ਭਗਤ, ਗੁਰੂ ਕੀਆਂ ਸੰਗਤਾਂ ਸਭ ਮੁਨੀ ਹੋ ਕੇ ਸਤਿਗੁਰਾਂ ਦੇ ਦੁਆਲੇ ਦੁਆਲੇ ਅਧਿਆਤਮ ਦਾ ਜੀਵਨ ਐਨ ਉੱਚਮਤਾ, ਅਧਿਆਤਮ ਦੇ ਜੀਵਨ ਦੀ ਸਭ ਤੋਂ ਪੀਕ ਹੈ
ਜਿਤੇ ਹਜੂਰ ਬਿਰਾਜੇ ਹੋਏ ਹਨ ਸਿੱਖਾਂ ਨਾਲ। ਸਵਈਆ ਛੰਦ ਮਨਹੁ ਗਿਆਨ ਨਿਜ ਤਨ ਧਰ ਬੈਠਿਓ। ਮਾਨੋ ਕੇ ਗਿਆਨ ਨੇ ਤਨ ਹੀ ਧਰ ਲਿਆ ਹੋਵੇ, ਸਰੀਰ ਧਾਰਨ ਕਰ ਲਿਆ ਹੋਵੇ, ਆਪ ਹੀ ਗਿਆਨ ਨੇ, ਪਰਮੇਸ਼ਰੀ ਰੱਬੀ ਗਿਆਨ ਨੇ। ਸਦ ਗੁਣ ਨਿਕਟ ਭਗਤ ਇਸ ਪਾਏ। ਤੇ ਜਿਹੜੇ ਸ਼ੁਭ ਗੁਣ ਹਨ ਉਹ ਭਗਤਾਂ ਦੇ ਰੂਪ ਦੇ ਵਿੱਚ ਸਤ, ਸੰਤੋਖ, ਦਇਆ, ਧਰਮ, ਧੀਰਜ ਇਤਿਆਦਿਕ ਦੇਵੀ ਸੰਪਦਾ ਹੈ। ਸ਼੍ਰੀ ਅਰਜਨ ਦਰਸ਼ਨ ਜਨ ਅੰਮ੍ਰਿਤ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਦਰਸ਼ਨ ਨੇ ਉਹ ਅੰਮ੍ਰਿਤ ਜਲ ਰੂਪ ਹਨ। ਫੁਟਨ ਬਿਲੋਚਨ ਪੀਵਤ ਜਾਏ। ਤੇ ਜਿਹੜੇ ਆ ਕੇ ਮੱਥਾ ਟੇਕਦੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਇਹ ਨਾਮ ਅੰਮ੍ਰਿਤ ਦੀ ਦਾਤ ਮਾਨੋ ਪ੍ਰਾਪਤ ਹੁੰਦੀ ਹੈ। ਨਹਿ ਤ੍ਰਿਪਤ ਹੈ ਹਿਤ ਕਰ ਢਿਗ ਬੈਠੇ ਹੈ। ਸਾਧ ਸੰਗਤ ਜੀ, ਜਿਹੜਾ ਸਤਿਗੁਰਾਂ ਦੇ ਨੇੜੇ ਹੋ ਕੇ ਬਹਿੰਦਾ ਨਾ ਉਹ ਨਾਮ ਅੰਮ੍ਰਿਤ ਨੂੰ ਐਸਾ ਪੀਂਦਾ ਹੈ ਕਿ ਰਾਜੀ ਨਹੀਂ ਆਉਂਦਾ, ਮਨ ਕਰਦਾ ਹੋਰ ਛਕੀ ਜਾਈਏ। ਆਖਾਂ ਜੀਵਾਂ ਵਿਸਰੈ ਮਰ ਜਾਓ, ਇਹ ਉਹਨਾਂ ਦੀ ਅਵਸਥਾ ਜਿਨ੍ਹਾਂ ਨਾਮ ਰਸ ਚੱਖ ਲਿਆ, ਤੇ ਜਿਨ੍ਹਾਂ ਚੱਖਿਆ ਹੀ ਨਹੀਂ ਉਹਨਾਂ ਗਰੀਬਾਂ ਨੂੰ ਕੀ ਪਤਾ ਹੈ। ਸੁਨ ਹੈ ਬਚਨ ਤਿਉ ਤਿਉ ਹਰ ਖਾਏ। ਜਿਵੇਂ ਜਿਵੇਂ ਸਤਿਗੁਰਾਂ ਦੇ ਬਚਨ ਕੋਈ ਸੁਣਦਾ ਤਿਵੇਂ ਤਿਵੇਂ ਬਹੁਤਾ ਹੀ ਆਨੰਦ ਪ੍ਰਸੰਨ ਹੁੰਦਾ ਹੈ। ਮਹਾ ਸੁਸ਼ੀਲ ਪ੍ਰੇਮ ਭਰਪੂਰਨ। ਮਹਾ ਸੁਸ਼ੀਲ ਤੇ ਪ੍ਰੇਮ ਦੇ ਨਾਲ ਭਰੇ ਹੋਏ ਪਿਆਲੇ, ਪੰਜ ਪਿਆਲੇ, ਪੰਜ ਪੀਰ, ਇਸ ਤਰ੍ਹਾਂ ਸਤਿਗੁਰੂ ਜੀ ਪ੍ਰੇਮ ਦਾ ਭਰਿਆ ਹੋਇਆ ਪਿਆਲਾ ਜਾਣੋ। ਪ੍ਰਭ ਸਿਮਰਨ ਉਪਦੇਸ਼ ਬਤਾਏ। ਪ੍ਰਭੂ ਪਰਮੇਸ਼ਰ ਜੀ ਦਾ ਨਾਮ ਸਿਮਰਨ ਦ੍ਰਿੜ ਕਰਵਾਉਂਦੇ। ਕਹਿਣ ਨੂੰ ਤੇ ਆਪਾਂ ਵੀ ਕਹਿ ਦੇਵਾਂਗੇ ਭਾਈ ਨਾਮ ਜਪੋ, ਕੀ ਅਸਰ ਹੋਵੇਗਾ? ਕੁਝ ਵੀ ਨਹੀਂ। ਸਾਧ ਸੰਗਤ ਜੀ, ਜਦੋਂ ਸਤਿਗੁਰੂ ਜੀ ਕਿਸੇ ਨੂੰ ਕਹਿੰਦੇ ਭਾਈ ਨਾਮ ਜਪੋ ਤਾਂ ਸਤਿਗੁਰੂ ਨਾਮ ਦਾ ਬੀਜ ਉਹਦੇ ਅੰਤःਕਰਣ ਦੇ ਅੰਦਰ ਬੀਜ ਹੀ ਦਿੰਦੇ ਨੇ। ਇਹ ਫਰਕ ਹੈ। ਕੋਈ ਆਮ ਸਧਾਰਨ ਜਿਹਾ ਸਾਧੂ ਹੋਵੇਗਾ, ਆਪ ਨਹੀਂ ਜਪਦਾ, ਕੋ ਸਾਡੇ ਵਰਗਾ ਬੁਲਾਰਾ, ਉਹ ਕਹਿੰਦਾ ਜੀ ਨਾਮ ਜਪਿਆ ਕਰੋ, ਕਿਸੇ ਤੇ ਕੋਈ ਅਸਰ ਨਹੀਂ ਹੁੰਦਾ। ਤੇ ਜਿਹਦੇ ਸਿਰ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਹੱਥ ਧਰ ਦਿੱਤਾ ਨਾ ਤੇ ਆਖਿਆ ਭਾਈ ਨਾਮ ਜਪ, ਉਹਨੂੰ ਫਿਰ ਲੋੜ ਨਹੀਂ ਪੈਂਦੀ ਜ਼ੋਰ ਲਾ ਕੇ ਜਪਣ ਦੀ, ਉਹਦੇ ਅੰਦਰੋਂ ਆਪ ਹੀ ਦਰਿਆ ਵਾਂਗੂ ਚਸ਼ਮਾ ਫੁੱਟ ਪੈਂਦਾ ਹੈ, ਆਪਣੇ ਆਪ ਹੀ ਅਜੱਪਾ ਜਾਪ ਸ਼ੁਰੂ ਹੋ ਜਾਂਦਾ ਹੈ। ਵਾਹਿਗੁਰੂ 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 ਵਾਹਿਗੁਰੂ, ਉਹਦੇ ਅੰਦਰ ਆਪਣੇ ਆਪ ਹੀ ਚਸ਼ਮਾ ਜਾਰੀ ਹੋ ਜਾਂਦਾ। ਉਹ ਫਿਰ ਜੇ ਨਹੀਂ ਜਪਦਾ ਤੇ ਉਹਨੂੰ ਐਂ ਲੱਗਦਾ ਮੈਂ ਮਰਨ ਲੱਗਾ, ਮੈਨੂੰ ਮੌਤ ਆਉਂਦੀ ਹੈ। ਉਹਦੇ ਅੰਦਰ ਦੀ ਅਵਸਥਾ ਹੈ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ। ਉਹ ਰੋਟੀ ਖਾ ਕੇ ਨਹੀਂ ਰੱਜਦਾ, ਉਹ ਬਾਣੀ ਪੜ੍ਹ ਕੇ ਰੱਜਦਾ, ਨਾਮ ਜਪ ਕੇ ਰੱਜਦਾ। ਜੇ ਉਹਦਾ ਸਾਧ ਸੰਗਤ ਜੀ ਨੇਮ ਨਾ ਨਿਵੇ, ਲੱਖਾਂ ਪਦਾਰਥ ਸਾਹਮਣੇ ਪਏ ਹੋਣ, ਉਹ ਕਹਿੰਦਾ ਮੈਨੂੰ ਜ਼ਹਿਰ ਵਰਗੇ ਲੱਗਦੇ ਨੇ, ਮੈਨੂੰ ਇਹ ਚੰਗੇ ਨਹੀਂ ਲੱਗਦੇ, ਮੇਰਾ ਅੰਦਰ ਤੜਫਦਾ ਪਿਆ ਹੈ। ਕਾਦੀ ਕਮੀ ਹੈ? ਨਾਮ ਦੀ ਕਮੀ ਆ ਗਈ, ਨਾਮ ਦਾ ਟੋਟਾ ਆ ਗਿਆ। ਸੋ ਇਸ ਪ੍ਰਕਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਐਸਾ ਨਾਮ ਸੰਗਤਾਂ ਨੂੰ ਦ੍ਰਿੜ ਕਰਵਾਉਂਦੇ ਹਨ। ਲਖਿਓ ਸਮਾ ਤਬ ਬਿਦਾ ਭਗਤ ਹੋਏ। ਇਸ ਪ੍ਰਕਾਰ ਮੇਰੇ ਸਤਿਗੁਰੂ ਜੀ ਗੁਰਸਿੱਖਾਂ ਨੂੰ ਸੰਗਤਾਂ ਨੂੰ ਵਿਦਾ ਕਰਦੇ, ਆਤਮਿਕ ਰੂਪ ਦੇ ਵਿੱਚ ਭਗਤ ਸਾਹਿਬ ਵੀ ਉਹ ਵੀ ਆਏ ਹੋਏ ਵਿਦਾ ਹੋਏ। ਭਾਵ ਇਹਦਾ ਇਹ ਹੈ ਕਿ ਭਗਤਾਂ ਦੀ ਬਾਣੀ ਦਾ ਕਾਰਜ ਮੁਕੰਮਲ ਹੋ ਗਿਆ। ਇਹਦਾ ਭਾਵ ਅਰਥ ਇਹ ਲੈਣਾ ਕਿ ਭਗਤਾਂ ਦੀ ਬਾਣੀ ਦਾ ਕਾਰਜ ਪੂਰਾ ਹੋ ਗਿਆ। ਆਪਣੇ ਆਪਣੇ ਥਾਨ ਭਿਆਨ। ਇਸ ਤਰ੍ਹਾਂ ਜਿਹੜੇ ਭਗਤ ਸਾਹਿਬ ਜੀ ਹਨ ਉਹ ਮਹਾਂਪੁਰਖ ਆਪਣੀਆਂ ਆਪਣੀਆਂ ਥਾਵਾਂ ਨੂੰ, ਸੱਚਖੰਡ ਨੂੰ ਭਾਵ ਕੇ ਉਹ ਚਲੇ ਗਏ ਹਨ। ਉਹਨੇ ਆਏ ਸਭ ਵੇਦ ਦੇਹ ਧਰ। ਇਸ ਤਰ੍ਹਾਂ ਸਾਧ ਸੰਗਤ ਜੀ ਵੇਦਾਂ ਦੇ ਮਹਾਨ ਗਿਆਤਾ, ਇਹਦਾ ਭਾਵ ਅਰਥ ਇਸ ਤਰ੍ਹਾਂ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਕਹਿੰਦੇ ਨੇ ਕਿ ਇਹਦੇ ਸ਼ਬਦੀ ਅਰਥ ਨਹੀਂ ਲੈਣੇ, ਜਿਹੜੇ ਲਿਟਰਲੀ ਅਰਥ ਨੇ ਉਹ ਨਹੀਂ ਲੈਣੇ। ਜਦੋਂ ਕਵੀ ਜੀ ਕਹਿੰਦੇ ਨੇ ਚਾਰ ਵੇਦ ਰੂਪ ਧਰ ਕੇ ਆ ਗਏ ਤਾਂ ਸਾਧ ਸੰਗਤ ਜੀ ਇਹਦਾ ਮਤਲਬ ਇਹ ਹੈ ਕਿ ਜਿਹੜੇ ਚਾਰ ਵੇਦਾਂ ਦੇ ਬੜੇ ਬੜੇ ਵੱਡੇ ਤਤ ਗਿਆਨ ਦੇ ਗਿਆਤਾ ਨੇ ਪੰਡਿਤ, ਇਹ ਮਹਾਂਪੁਰਖ
ਇਹ ਆ ਗਏ ਹਨ। ਸ੍ਰੀ ਅਰਜਨ ਕੋ ਬੰਧਨ ਠਾਨ। ਇਹਨਾਂ ਨੇ ਵੀ ਆ ਕੇ ਸ੍ਰੀ ਗੁਰੂ ਅਰਜਨ ਦੇਵ ਗਰੀਬ ਨਵਾਜ ਕਿਰਪਾਲੂ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੇ ਉੱਤੇ ਸਾਧ ਸੰਗਤ ਜੀ ਨਮਸਕਾਰ ਕੀਤੀ ਹੈ ਆਣ ਕੇ। ਜਿਵੇਂ ਪਹਿਲਾਂ ਬੇਨਤੀ ਗੁਰਮੁਖ ਪਿਆਰਿਓ ਕੀਤੀ ਹੈ, ਉਸੇ ਬੇਨਤੀ ਦੇ ਅਨੁਸਾਰ ਹੀ ਕਿ ਇਹ ਜਿਹੜੇ ਮਹਾਂਪੁਰਖ ਆਏ ਨੇ, ਇਹਨਾਂ ਮਹਾਂਪੁਰਖਾਂ ਦੇ ਨਾਮ ਭਾਵੇਂ ਕਿ ਸੰਪਰਦਾਇ ਦੇ ਵਿੱਚ ਪੁਰਾਣੇ 17 ਵੀ ਗਿਣੇ ਨੇ, ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਇਹ ਬੜੀ ਮਿਹਨਤ ਬੜੀ ਘਾਲਣਾ ਸੀ। ਹਰ ਕਿਸੇ ਦੇ ਕੰਮ ਦੇ ਵਿੱਚ ਕੁਝ ਨਾ ਕੁਝ ਚੰਗਾ ਵੀ ਹੋਵੇਗਾ, ਕੁਝ ਨਾ ਕੁਝ ਮਾੜਾ ਵੀ ਹੋਵੇਗਾ। ਹਰ ਮਨੁੱਖ ਦੇ ਵਿੱਚ ਕੁਝ ਨਾ ਕੁਝ ਗੁਣ ਹੋਣਗੇ, ਕੁਝ ਅਵਗੁਣ ਵੀ ਹੋਣਗੇ। ਗੁਣ ਗ੍ਰਹਿਣ ਕਰਨ ਦਾ ਹੁਕਮ ਹੈ, ਅਵਗੁਣਾਂ ਨੂੰ ਤਿਆਗਣ ਦਾ ਹੁਕਮ ਹੈ। ਮੇਰੇ ਸਤਿਗੁਰਾਂ ਨੇ ਕਿਹਾ ਅਵਗੁਣ ਵੇਖ ਕੇ ਨਿੰਦਾ ਨਾ ਕਰੋ, ਪਰ ਇਹਨੂੰ ਹੋ ਜਾਓ ਦੇਖ ਕੇ ਅੰਡਿਠ ਕਰ ਲਓ, ਤੇ ਗੁਣਾਂ ਨੂੰ ਵੇਖ ਕੇ ਅੱਖਾਂ ਨਾ ਮੀਟੋ, ਉਹਨੂੰ ਗ੍ਰਹਿਣ ਕਰ ਲਓ। ਭਾਵੇਂ ਕੋਈ ਵਿਦਵਾਨ ਕਿਸੇ ਵੀ ਪ੍ਰਕਾਰ ਦੀ ਵਿਚਾਰਧਾਰਾ ਦੇ ਮੰਨਣ ਵਾਲਾ ਹੋਵੇ, ਜੇ ਉਹਦੀ ਕਿਸੇ ਇੱਕ ਵੀ ਗੱਲ ਦੇ ਵਿੱਚ ਕੋਈ ਆਪਾਂ ਨੂੰ ਲੱਗਦਾ ਸੱਚਾਈ ਹੈ, ਕੋਈ ਵਜਨ ਹੈ, ਤਾਂ ਉਹਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਜੋ ਸਾਬਕਾ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਉਹਨਾਂ ਨੇ ਬੜੀ ਘਾਲਣ ਵਾਲੇ ਗ੍ਰੰਥ ਲਿਖੇ ਨੇ, ਜੋ ਉਹਨਾਂ ਦੀ ਰਚਨਾ ਹੈ ਸ਼ਬਦ ਗੁਰੂ ਗੁਰਬਾਣੀ ਹੈ। ਇਹਦੇ ਵਿੱਚ ਵੀ ਭੱਟਾਂ ਦੀ ਗਿਣਤੀ 11 ਹੀ ਉਹਨਾਂ ਨੇ ਲਿਖੀ ਹੈ। ਇਸੇ ਪ੍ਰਕਾਰ ਜੋ ਸਾਰਿਆਂ ਸਟੀਕਾਂ ਤੇ ਟੀਕਿਆਂ ਨੂੰ ਸਾਹਮਣੇ ਰੱਖ ਕੇ ਤੇ ਨਿਰਣਾ ਕਰਕੇ ਟੀਕਾ ਕੀਤਾ ਹੈ, ਜਿਨ੍ਹਾਂ ਨੂੰ ਨਿਰਣੈਕਾਰ ਟੀਕਾਕਾਰ ਕਿਹਾ ਜਾਂਦਾ, ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲੇ, ਪਟਿਆਲਾ ਯੂਨੀਵਰਸਿਟੀ ਦੇ ਵਿੱਚ ਉਹ ਸਾਧ ਸੰਗਤ ਜੀ ਬਹੁਤ ਸੇਵਾ ਵੀ ਉਹਨਾਂ ਨੇ ਉੱਤੇ ਵੀ ਨਿਭਾਈ ਹੈ, ਤੇ ਬੜਾ ਮਾਨ ਸਨਮਾਨ ਉਹਨਾਂ ਦਾ। ਉਹਨਾਂ ਨੇ ਜੋ ਟੀਕਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੁਲਨਾਤਮਕ ਜਿਹੜਾ ਇਹ ਸਟੀਕ ਹੈ, ਉਹਦੇ ਵਿੱਚ ਵੀ ਉਹਨਾਂ ਨੇ ਗਿਣਤੀ ਨੂੰ 11 ਹੀ ਮੰਨਿਆ ਹੈ, ਤੇ ਕੁੱਲ ਜਿਹੜੇ ਛੰਦ ਨੇ ਉਹ 123 ਉਹਨਾਂ ਨੇ ਮੰਨੇ ਨੇ। ਸੋ ਅੱਡ ਅੱਡ ਗਿਣਤੀਆਂ, ਉਹਦਾ ਕਾਰਨ ਇਹ ਵੀ ਹੈ ਗਿਣਤੀ ਅੱਡ ਹੋਣ ਦਾ। ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਜਦੋਂ ਕਰਦੇ ਨੇ ਨਾ, ਤੇ ਉਸ ਵਡਿਆਈ ਦੇ ਵਿੱਚ ਆਰੰਭ ਦੇ ਵਿੱਚ ਇਹ ਬਚਨ ਆਉਂਦਾ ਹੈ, ਉਹ ਚਾਰ ਜਿਹੜੀਆਂ ਚੌਪਈ ਇੱਕ ਮੰਨੀ ਜਾਂਦੀ ਹੈ, ਤੇ ਅੱਗੋਂ ਨਾਲ ਉਹਦੇ ਛੰਦ ਆਰੰਭ ਹੁੰਦਾ ਹੈ। ਉਹਨੂੰ ਕਈਆਂ ਨੇ ਇੱਕ ਗਿਣਿਆ ਤੇ ਕਈਆਂ ਨੂੰ ਅੱਡ ਅੱਡ ਕਰਕੇ 2 ਗਿਣਿਆ। ਇਹ ਪਿੰਗਲ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਵਿਦਵਾਨਾਂ ਦੀ ਅੱਡ ਅੱਡ ਰਾਏ ਬਣੀ ਹੈ। ਸੋ ਇਸ ਲਈ ਗਿਣਤੀ ਵੱਧ ਘੱਟ ਹੋ ਜਾਂਦੀ ਹੈ, ਤੇ ਇਹ ਕੋਈ ਵੀ ਦਾਅਵਾ ਨਹੀਂ ਮੰਨ ਸਕਦਾ ਗੁਰਬਾਣੀ ਦੇ ਮਾਮਲੇ ਵਿੱਚ ਗਿਣਤੀ ਦਾ। 123 ਛੰਦ ਗਿਣੇ ਨੇ ਗਿਆਨੀ ਹਰਬੰਸ ਸਿੰਘ ਜੀ ਨੇ। ਤੁਲਨਾਤਮਕ ਜਿਹੜਾ ਸਟੀਕ ਹੈ ਉਹਨਾਂ ਦਾ ਦਰਸ਼ਨ ਨਿਰਣੈ ਸਟੀਕ ਉਹਦਾ ਨਾਮ ਹੈ, ਉਹਦੇ ਵਿੱਚ। ਤੇ ਇਸੇ ਤਰ੍ਹਾਂ ਭੱਟਾਂ ਦੇ ਨਾਮ ਜਿਹੜੇ ਨੇ ਪੁਰਾਤਨ ਰਿਵਾਜ ਦੇ ਅਨੁਸਾਰ ਕਵੀ ਜੀ ਗਿਣ ਕੇ ਦੱਸਦੇ ਨੇ ਕੌਣ ਕੌਣ ਹਨ। ਇੱਕ ਇੱਕ ਵੇਦ ਚਤੁਰ ਬਪ ਧਾਰੇ। ਇਸ ਤਰ੍ਹਾਂ ਉਹਨਾਂ ਨੇ ਗਿਣਿਆ ਸੀ ਪੁਰਾਤਨ ਵਿਦਵਾਨਾਂ ਨੇ ਕਿ ਵੇ ਪੌਰਾਣਿਕ ਤਰੀਕੇ ਨਾਲ ਕਿ ਇੱਕ ਇੱਕ ਵੇਦ ਦੇ 4-4 ਭੱਟ ਗਿਣ ਲਏ। ਪ੍ਰਗਟ ਨਾਮ ਤਿਨ ਕਹੋ ਅਸੰਸ। ਉਹਨਾਂ ਦੇ ਨਾਮ ਤੁਹਾਨੂੰ ਪ੍ਰਗਟ ਕਰਕੇ ਦੱਸਦੇ ਹਾਂ ਜੀ। ਪੂਰਨ ਸ਼ਿਆਮ ਵੇਦ ਕੇ ਇਹ ਭੇ। ਇਹ ਪਹਿਲਾਂ ਜਿਹੜੇ ਸ਼ਿਆਮ ਵੇਦ ਦੇ ਵਿਦਵਾਨ ਪੰਡਿਤ ਹਨ, ਇਹਨਾਂ ਦੀ ਗਿਣਤੀ ਇਹ ਗਿਣ ਲਓ। ਵੇਦਾਂ ਦੇ ਵਿੱਚੋਂ ਸਾਧ ਸੰਗਤ ਜੀ ਰਿਗਵੇਦ ਸਭ ਤੋਂ ਵੱਡਾ ਹੈ, ਤੇ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਭਾਵੇਂ ਯਜੁਰਵੇਦ ਦੂਜੇ ਨੰਬਰ ਤੇ ਹੈ, ਪਰ ਅਥਰਵ ਵੇਦ ਆਕਾਰ ਵਿੱਚ ਵੱਡਾ ਹੈ। ਸਾਮਵੇਦ ਆਕਾਰ ਵਿੱਚ ਸਾਰਿਆਂ ਤੋਂ ਛੋਟਾ ਹੈ, ਤੇ ਯਜੁਰਵੇਦ ਆਕਾਰ ਦੇ ਵਿੱਚ ਤੀਜੇ ਨੰਬਰ ਤੇ ਹੈ। ਜੇ ਆਕਾਰ ਦੀ ਗੱਲ ਕਰੀਏ ਨਾ ਵੀ ਵੱਡਾ ਕਿਹੜਾ ਹੈ, ਰਿਗਵੇਦ ਵੱਡਾ ਹੈ, ਅਥਰਵਵੇਦ ਦੂਜੇ ਨੰਬਰ ਤੇ ਹੈ, ਤੇ ਯਜੁਰਵੇਦ ਤੀਜੇ ਨੰਬਰ ਤੇ ਹੈ, ਸਾਮਵੇਦ ਚੌਥੇ ਨੰਬਰ ਤੇ ਹੈ। ਸੋ ਜਿਹੜਾ ਰਿਗਵੇਦ ਹੈ ਕੁਦਰਤੀਆਂ ਸ਼ਕਤੀਆਂ ਦੀ ਵਡਿਆਈ ਰੀਚਾ ਉਹਦੇ ਵਿੱਚ ਦਰਜ ਨੇ ਸਾਰੀਆਂ। 10 ਮੰਡਲ ਨੇ,
ਤੋ ਉਹਦੇ ਵਿੱਚ ਅੱਡ ਅੱਡ ਜਿਹੜੀਆਂ ਸੂਕਤਾਂ ਬਣਾਈਆਂ ਹੋਈਆਂ, ਇਹ ਉਪਾਸਨਾ ਦਾ ਵੇਦ ਹੈ। ਜਿਹੜਾ ਯਜੁਰਵੇਦ ਹੈ ਇਹ ਕਰਮ ਕਾਂਡ ਦਾ ਵੇਦ ਹੈ। ਇਹਦੇ ਵਿੱਚ ਦੱਸਿਆ ਵੀ ਜੱਗ ਕਿਵੇਂ ਕਰਨਾ, ਹਵਨ ਕਿਵੇਂ ਕਰਨਾ, ਕਰਮ ਕਾਂਡ ਦੱਸਿਆ। ਜਿਹੜਾ ਅਥਰਵੇਦ ਹੈ ਇਹ ਤੰਤਰ ਮੰਤਰਾਂ ਦਾ ਵੇਦ ਹੈ। ਇਹਦੇ ਵਿੱਚ ਸਾਰੀ ਤੰਤਰ ਕਲਾ ਦਾ ਮੁੱਢ ਹੈ, ਤੇ ਜਿਹੜੇ ਜਾਦੂ ਟੂਣੇ ਟਮਾਣਿਆਂ ਦੀ ਗੱਲ ਚੱਲਦੀ ਉਹਦਾ ਮੁੱਢ ਵੀ ਇਹਦੇ ਵਿੱਚ ਹੀ ਹੈ। ਜਿਹੜਾ ਸਾਮਵੇਦ ਹੈ ਇਹ ਸੰਗੀਤ ਦਾ ਵੇਦ ਹੈ, ਇਹਨੂੰ ਗੰਧਰਵਾਂ ਦਾ ਵੇਦ ਵੀ ਕਹਿੰਦੇ ਨੇ, ਵੀ ਸੰਗੀਤ ਦਾ ਮੁੱਢ ਸਾਮਵੇਦ ਤੋਂ ਮੰਨਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਸਾਮਵੇਦ ਦੇ ਇਹ ਵਿਦਵਾਨ ਪੰਡਤ ਗਿਣੇ ਜਾਣਗੇ, ਜਿਨ੍ਹਾਂ ਦੇ ਨਾਮ ਅੱਗੇ ਦੱਸਦੇ ਹਨ। ਮਥੁਰਾ ਜਾਲਪ ਬਲ ਹਰਬੰਸ। ਇਹ ਮਹਾਂਪੁਰਖ ਨੇ ਭੱਟ ਮਥੁਰਾ ਜੀ, ਜਿਹੜੇ ਸ਼ਹੀਦ ਵੀ ਹੋਏ ਨੇ ਬਾਅਦ ਵਿੱਚ ਮੈਦਾਨੇ ਜੰਗ ਵਿੱਚ ਜੂਝ ਕੇ, ਔਰ ਭੱਟ ਜਾਲਪ ਜੀ, ਭੱਟ ਬਾਲੀ ਤੇ ਹਰਬੰਸ ਜੀ, ਇਹ ਜਿਹੜੇ ਚਾਰ ਹਨ, ਇਹਨਾਂ ਨੂੰ ਸਾਮਵੇਦ ਦੇ ਗਿਆਤਾ ਵਿਦਵਾਨ ਮੰਨਿਆ ਹੈ। ਕਈ ਇਹਨਾਂ ਨੂੰ ਸਾਮਵੇਦ ਦੇ ਅਵਤਾਰ ਵੀ ਕਹਿ ਦਿੰਦੇ ਨੇ, ਪਰ ਲਿਟਰਲੀ ਅਰਥ ਨਹੀਂ ਇੱਥੇ ਚੱਲੇਗਾ, ਇਹਦੇ ਭਾਵ ਅਰਥ ਚੱਲੇਗਾ ਕਿ ਉਹ ਇਸ ਵੇਦ ਦੇ ਬਹੁਤੇ ਵੱਡੇ ਵਿਦਵਾਨ ਹਨ। ਪੁਨ ਰਿਗ ਵੇਦ ਕਲ ਜਲ ਨਲ ਤ੍ਰੈ। ਇਸ ਤਰ੍ਹਾਂ ਅੱਗੇ ਕਹਿੰਦੇ ਹਨ ਕਿ ਰਿਗਵੇਦ ਦੇ ਜਿਹੜੇ ਬਹੁਤੇ ਵੱਡੇ ਵਿਦਵਾਨ ਨੇ, ਉਹਨਾਂ ਦੇ ਵਿੱਚੋਂ ਟਲ, ਸਲ ਤੇ ਜਲ ਤੇ ਭਲ, ਇਹ ਉਹਨਾਂ ਦੇ ਨਾਮ ਵਾਹਿਗੁਰੂ ਕਲ, ਜਲ, ਨਲ ਤੇ ਕਲ ਸਹਾਰ। ਪਰ ਜਦੋਂ ਆਪਾਂ ਵਾਕਿਆ ਹੀ ਧਿਆਨ ਨਾਲ ਬਾਣੀ ਪੜ੍ਹਦੇ ਹਾਂ, ਇਹਨਾਂ ਦੀ ਗਿਣਤੀ ਗਿਣਾਂਗੇ ਕਾਵਿ ਛੰਦਾਂ ਦੀ ਅੱਡ ਅੱਡ, ਤਾਂ ਪਤਾ ਲੱਗ ਜਾਏਗਾ ਵੀ ਕਲ ਸਹਾਰ ਦਾ ਨਾਮ ਹੀ ਕਲ ਹੈ, ਤੇ ਕਲ ਸਹਾਰ ਦਾ ਨਾਮ ਹੀ ਟਲ ਹੈ। ਟਲ, ਕਲ ਤੇ ਕਲ ਸਹਾਰ, ਇਹਨਾਂ ਨੂੰ ਵਿਦਵਾਨਾਂ ਨੇ, ਬਹੁਤਿਆਂ ਨੇ, ਇਹ ਨਵੀਨ ਵਿਦਵਾਨਾਂ ਨੇ ਖਾਸ ਕਰਕੇ ਉਹ ਇੱਕੋ ਹੀ ਮੰਨਿਆ ਹੈ। ਸੋ ਇਸ ਪ੍ਰਕਾਰ ਕਵੀ ਜੀ ਅੱਗੇ ਦੱਸਦੇ ਨੇ, ਕਲ ਸਹਾਰ ਚੌਥੋ ਗਿਨ ਅੰਸ। ਇਸ ਤਰ੍ਹਾਂ ਕਲ ਸਹਾਰ ਜੀ ਨੂੰ ਚੌਥਾ ਗਿਣਿਆ ਕਵੀ ਜੀ ਨੇ, ਪਰ ਇਹਨੂੰ ਜੇ ਕਲ ਤੇ ਕਲ ਸਹਾਰ ਇੱਕ ਗਿਣੀਏ ਤਾਂ ਫਿਰ ਇਹ ਤਿੰਨ ਬਣਦੇ ਹਨ। ਭਏ ਜੁਜਰ ਕੇ ਟਲ ਸਲ ਪੁਨ ਜਲ। ਇਹ ਜਜੁਰ ਦੇ ਜਿਹੜੇ ਗਿਣੇ ਨੇ ਉਹ ਗਿਣੇ ਨੇ ਟਲ, ਪਰ ਟਲ ਨੂੰ ਆਪਾਂ ਉੱਤੇ ਗਿਣਾਂਗੇ ਕਲ ਸਹਾਰ ਜੀ ਦੇ ਨਾਲ, ਰਿਗਵੇਦ ਦੇ ਨਾਲ ਹੀ। ਸੋ ਪਿੱਛੇ ਤਿੰਨ ਰਹਿ ਜਾਣਗੇ, ਜਿਹਨੂੰ ਕਵੀ ਜੀ ਕਹਿੰਦੇ ਨੇ ਸਲ, ਪੁਨ, ਜਲ, ਇਹ ਹਨ ਰਹਿ ਜਾਣਗੇ ਪਿੱਛੇ, ਤੇ ਨਾਲ ਇਹਨਾਂ ਦੇ ਭਲ, ਇਹ ਤਿੰਨ ਹਨ। ਭਲ ਉਪਜੇ ਦਿਜ ਬੰਸ। ਤੇ ਇਹ ਜਿਹੜੇ ਦਿਜ ਬੰਸ ਦੇ ਵਿੱਚ, ਕਿਉਂਕਿ ਬ੍ਰਾਹਮਣ ਕੁਲ ਦੇ ਵਿੱਚ ਵੇਦਾਂ ਦੇ ਸੰਸਕ੍ਰਿਤ ਦੇ ਵਿਦਵਾਨਾਂ ਦੇ ਰੂਪ ਦੇ ਵਿੱਚ ਇਹਨਾਂ ਦਾ ਜਨਮ ਹੋਇਆ, ਤੇ ਉਹੋ ਹੀ ਵਿਦਿਆ ਪੜ੍ਹੀ ਹੈ ਸਾਰੀ, ਉਹੋ ਹੀ ਪੁਰਾਣਾ ਅਭਿਆਸ ਹੈ, ਸੰਸਕਾਰ ਹਨ। ਬਹੁਰ ਅਥਰਬਨ ਦਾਸ ਰੋਕੀਰਤ। ਅੱਗੇ ਅਥਰਬਨ ਦੇ ਸੁਣ ਲਓ ਕਿ ਜਿਹੜਾ ਅਥਰਵੇਦ ਹੈ, ਦਾਸ ਭੱਟ ਦਾ ਨਾਮ ਗਿਣਿਆ ਕਵੀ ਜੀ ਨੇ, ਪਰ ਇਹ ਨਵੀਂ ਜਿਹੜੀ ਖੋਜ ਦੇ ਅਨੁਸਾਰ ਜਦੋਂ ਗਿਣਤ ਕਰਦੇ ਹਾਂ ਤੇ ਦਾਸ ਨਾਮ ਦੇ ਭੱਟ ਦਾ ਕੋਈ ਅੱਡ ਵੱਖਰਾ ਛੰਦ ਇੱਕ ਵੀ ਨਹੀਂ ਹੈ। ਸਾਧ ਸੰਗਤ ਜੀ, ਇਹ ਦਾਸ ਭੱਟ ਕੀਰਤ ਜੀ ਆਪਣੇ ਆਪ ਨੂੰ ਉਹਨਾਂ ਨੇ ਦਾਸ ਵੀ ਕਿਹਾ ਹੈ। ਸੋ ਇਸ ਕਰਕੇ ਦਾਸ ਦੀ ਵੀ ਗਿਣਤੀ ਆਪਾਂ ਨਹੀਂ ਇੱਥੇ ਕਰਾਂਗੇ ਜੇ, ਤਾਂ ਫਿਰ ਕਵੀ ਜੀ ਕਹਿੰਦੇ ਨੇ ਅਥਰਬਨ ਦੇ ਵਿੱਚੋਂ ਇੱਕ ਤਾਂ ਕੀਰਤ ਜੀ, ਤੇ ਇਸੇ ਤਰ੍ਹਾਂ ਕੀਰਤ ਜੀ ਦੇ ਨਾਲ ਬਹੁਰ, ਅਥਰਬਨ, ਦਾਸ, ਰੋ, ਕੀਰਤ, ਤੇ ਇਹਨਾਂ ਦੇ ਨਾਮ ਦੱਸਦੇ ਹਨ। ਗਿਨ ਗਇੰਦ ਸਦਰੰਗ ਸੁਚਾਰ। ਗਇੰਦ ਗਿਣਾਂਗੇ, ਸਦਰੰਗ ਜੀ ਦਾ ਨਾਮ ਵੀ ਨਹੀਂ ਹੈ, ਨਵੀਨ ਵਿਦਵਾਨਾਂ ਨੇ ਗਿਣਿਆ ਹੋਇਆ। ਕਮਲਾਸਨ ਕੋ ਭਿੱਖਾ ਨਾਮ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਭਗਤ ਭਿੱਖਾ ਜੀ ਜਿਹੜੇ ਹਨ, ਉਹ ਉਹਨਾਂ ਨੂੰ ਬ੍ਰਹਮਾ ਰੂਪ ਕਿਹਾ, ਭਾਵ ਕਿ ਚਤੁਰ ਹੀ ਵੇਦਾਂ ਦੇ ਜਿਹੜੇ ਮਹਾਨ ਪੰਡਿਤ ਹਨ। ਸੋ ਇਨ ਸਭ ਤੇ ਭਾ ਅਦਕ ਉਦਾਰ। ਕਿਉਂਕਿ ਜਿਹੜੇ ਭਿੱਖਾ ਜੀ ਨੇ ਇਹ ਪਿਤਾ ਜੀ ਨੇ, ਤੇ ਅੱਗੋਂ ਚਾਰ ਭੱਟ ਇਹਨਾਂ ਦੇ ਪੁੱਤਰ ਹਨ। ਸੋ ਇੱਕ ਇੱਕ ਭੱਟ ਨੂੰ ਇੱਕ ਇੱਕ ਵੇਦ ਦੇ ਵਿੱਚ ਉਹਨਾਂ ਨੇ ਨਿਪੁੰਨ ਕੀਤਾ, ਤੇ ਆਪ ਚੌਵਾਂ ਵੇਦਾਂ ਦੇ ਨਿਪੁੰਨ ਸਨ। ਐਸਾ ਭਾਈ ਕਾਨ ਸਿੰਘ ਜੀ ਨਾਭਾ ਜੀ ਦੇ ਮਤ ਅਨੁਸਾਰ
ਜੇ ਚੱਲਾਂਗੇ ਤੇ ਐਸਾ ਨਿਰਣਾ ਹੋਵੇਗਾ। ਸੋ ਭੱਟ ਜੀ ਨੇ ਇਸ ਤਰ੍ਹਾਂ ਸਾਧ ਸੰਗਤ ਜੀ, ਭਿੱਖਾ ਜੀ ਇਹਨਾਂ ਦੇ ਬਜ਼ੁਰਗ ਨੇ, ਪਿਤਾ ਜੀ ਨੇ, ਪਰ ਸਾਰੇ ਜਥੇ ਦੇ ਜਿਹੜੇ ਜਥੇਦਾਰ ਨੇ ਉਹ ਕੱਲ ਸਹਾਰ ਜੀ ਗਿਣੇ ਗਏ ਹਨ। ਵਿਪਰ ਸਰੀਰ ਭਾਟ ਭਈ ਸੰਗਿਆ। ਕਿਉਂਕਿ ਬ੍ਰਾਹਮਣ ਕਰਕੇ ਜਨਮ ਹੋਇਆ, ਬ੍ਰਾਹਮਣਾਂ ਦੀ ਕੁੱਲ ਵਿੱਚ ਇਹਨਾਂ ਦੀ ਸੰਗਿਆ ਭੱਟ ਕਰਕੇ ਮਸ਼ਹੂਰ ਹੋਈ ਹੈ। ਰਾਜਪੂਤਾਨੇ ਦੇ ਵਿੱਚ ਇਹਨਾਂ ਦਾ ਵਰਣਨ ਬਹੁਤਾ ਮਿਲਦਾ ਹੈ। ਚਾਂਦ ਭੱਟ ਦਾ ਬੜਾ ਵਰਣਨ ਮਿਲਦਾ ਹੈ ਕਿ ਜਿਹੜਾ ਪ੍ਰਿਥਵੀ ਰਾਜ ਚੌਹਾਨ ਸੀ, ਉਹ ਜਦੋਂ ਸੰਯੋਗਤਾ ਨਾਮ ਦੀ ਇੱਕ ਜਿਹੜੀ ਔਰਤ ਸੀ ਰਾਜਕੁਮਾਰੀ, ਇਹਨੂੰ ਉਹ ਗੰਧਰਵ ਵਿਆਹ ਕਰਕੇ ਲੈ ਆਇਆ, ਭਾਵ ਕਿ ਜਬਰੀ ਉਹਦੇ ਮਾਤਾ ਪਿਤਾ ਦੀ ਆਗਿਆ ਤੋਂ ਵਿਰੁੱਧ ਜਾ ਕਰਕੇ ਰਾਜਾ, ਜਿਸ ਰਾਜੇ ਦਾ ਨਾਮ ਭਾਰਤ ਦੇ ਵਿੱਚ ਬਹੁਤੀ ਇੱਜ਼ਤ ਨਾਲ ਨਹੀਂ ਲਿਆ ਜਾਂਦਾ, ਸਾਧ ਸੰਗਤ ਜੀ, ਰਾਜਪੂਤ ਰਾਜਿਆਂ ਦੇ ਵਿੱਚੋਂ ਰਾਜਾ ਜੈ ਚੰਦ, ਉਹਨੂੰ ਗਦਾਰ ਕਰਕੇ ਲਿਖਿਆ। ਇਹਦੀ ਪੁੱਤਰੀ ਸੀ ਸੰਯੋਗਤਾ। ਪ੍ਰਿਥਵੀ ਰਾਜ ਚੌਹਾਨ ਇਹਨੂੰ ਉਧਾਲ ਕੇ ਲੈ ਗਿਆ ਸੀ ਤੇ ਇਸੇ ਕਰਕੇ ਰਾਜਾ ਜੈ ਚੰਦ ਪ੍ਰਿਥਵੀ ਰਾਜ ਦੇ ਵਿਰੁੱਧ ਹੋ ਗਿਆ। ਲੱਗਾ ਮੇਰੀ ਮਦਦ ਕੌਣ ਕਰੇ ਪ੍ਰਿਥਵੀ ਰਾਜ ਦੇ ਵਿਰੁੱਧ। ਭਾਰਤ ਦੇ ਵਿੱਚੋਂ ਇਹਨੂੰ ਕੋਈ ਤਗੜਾ ਰਾਜਾ ਜਦੋਂ ਨਾ ਲੱਭਾ ਤਾਂ ਇਹਨੇ ਮੂੰਹ ਕੀਤਾ ਪੱਛਮ ਵੱਲ। ਤਾਂ ਗਜਨਵੀ ਜਿਹੜੀ ਸਲਤਨਤ ਸੀ, ਉਹ ਗਜਨਵੀ ਸਲਤਨਤ ਦਾ ਇਹਨੇ ਆਸਰਾ ਤੱਕ ਲਿਆ। ਸੋ ਜਿਹੜਾ ਸ਼ਾਹਬੂਦੀਨ ਗੌਰੀ ਸੀ, ਉਹਨੂੰ ਇਹਨੇ ਬੁਲਾ ਲਿਆ। ਉਧਰ ਜਿਹੜਾ ਪ੍ਰਿਥਵੀ ਰਾਜ ਚੌਹਾਨ ਸੀ, ਇਹ ਸੰਯੋਗਤਾ ਦੇ ਨਾਲ ਐਸਾ ਆਪਣੇ ਮਹਿਲਾਂ ਦੇ ਵਿੱਚ ਇਹ ਰਾਜ ਦਰਬਾਰ ਜਾਇਆ ਹੀ ਨਾ ਕਰੇ। ਇਹਨੇ ਆਪਣੇ ਰਾਜ ਦਰਬਾਰ ਦੀ ਕਚਹਿਰੀ ਦੀ ਸਾਰ ਨਾ ਲਈ। ਤਾਂ ਕਹਿੰਦੇ ਨੇ ਬਾਕੀ ਕਿਸੇ ਦੀ ਹਿੰਮਤ ਨਹੀਂ ਸੀ ਪਈ। ਤੇ ਜਿਹੜਾ ਭੱਟ ਚਾਂਦ ਸੀ ਨਾ, ਉਹਨੇ ਫਿਰ ਇੱਕ ਛੰਦ ਦੇ ਰੂਪ ਵਿੱਚ ਇੱਕ ਕਵਿਤਾ ਸੁਣਾ ਕੇ ਰਾਜੇ ਨੂੰ ਸ਼ਰਮਿੰਦਿਆਂ ਕੀਤਾ ਸੀ, ਇਹਨੂੰ ਪ੍ਰਿਥਵੀ ਰਾਜ ਨੂੰ, ਵੀ ਤੂੰ ਇੱਧਰ ਔਰਤ ਦੇ ਕੋਲ ਆ ਕੇ ਬੈਠਾ ਹੈ ਤੇ ਰਾਜ ਭਾਗ ਤੇਰੇ ਤੇ ਗੌਰ ਨਿਗਾਹ ਰੱਖੀ ਫਿਰਦਾ ਹੈ, ਉਹ ਜਿੱਤ ਲਏਗਾ। ਇਹ ਉਹਦੀ ਜੁਰਤ ਸੀ। ਫਿਰ ਇਸੇ ਤਰ੍ਹਾਂ ਪ੍ਰਿਥਵੀ ਰਾਜ ਰਾਸੋ ਗ੍ਰੰਥ ਦੇ ਵਿੱਚ ਜ਼ਿਕਰ ਹੈ ਕਿ ਜਦੋਂ ਪ੍ਰਿਥਵੀ ਰਾਜ ਨੂੰ ਹਰਾ ਕੇ ਪਕੜ ਕੇ ਲੈ ਗਿਆ ਸ਼ਾਹਬੂਦੀਨ ਗੌਰੀ, ਤਾਂ ਇਹਨੇ ਪ੍ਰਿਥਵੀ ਰਾਜ ਨੂੰ ਕੈਦ ਕਰ ਲਿਆ ਤੇ ਅੰਨਾ ਕਰ ਦਿੱਤਾ। ਇਹ ਚਾਂਦ ਭੱਟ ਜਾਨ ਤਲੀ ਤੇ ਧਰ ਕੇ ਗਿਆ। ਫਿਰ ਉੱਥੇ ਇਹਨੇ ਜਾ ਕੇ ਸ਼ਾਹਬੂਦੀਨ ਗੌਰੀ ਨੂੰ ਕਿਸੇ ਤਰੀਕੇ ਮਨਾਇਆ ਤੇ ਉਹਨੂੰ ਇਹ ਲਾਲਚ ਦਿੱਤਾ ਕਿ ਇੱਕ ਬੜੀ ਪੁਰਾਤਨ ਵਿਦਿਆ ਹੈ ਸਾਡੇ ਭਾਰਤ ਦੀ, ਜਿਹਦਾ ਮਹਾਂਭਾਰਤ ਦੇ ਵਿੱਚ ਵੀ ਜ਼ਿਕਰ ਆਇਆ, ਮਹਾਂਭਾਰਤ ਗ੍ਰੰਥ ਵਿੱਚ। ਉਹ ਵਿਦਿਆ ਸੀ ਸ਼ਬਦ ਭੇਦੀ ਬਾਣ। ਅੱਖਾਂ ਤੇ ਪੱਟੀ ਬੰਨ੍ਹ ਕੇ ਆਵਾਜ਼ ਸੁਣ ਕੇ ਤੀਰ ਟਿਕਾਣੇ ਤੇ ਮਾਰ ਦੇਣਾ। ਆਖਣ ਲੱਗਾ ਪ੍ਰਿਥਵੀ ਰਾਜ ਦੇ ਕੋਲ ਉਹ ਕਲਾ ਹੈ, ਹੋਰ ਕਿਸੇ ਕੋਲ ਨਹੀਂ ਰਹਿ ਗਈ। ਇਹ ਆਖਰੀ ਬੰਦਾ ਹੈ ਧਰਤੀ ਤੇ ਜਿਹਦੇ ਕੋਲ ਸ਼ਬਦ ਭੇਦੀ ਬਾਣ ਦੀ ਵਿਦਿਆ ਹੈ। ਤਾਂ ਉਹਦੇ ਮਨ 'ਚ ਉਤਸੁਕਤਾ ਜਾਗੀ, ਲਿਆਓ ਪ੍ਰਿਥਵੀ ਰਾਜ ਨੂੰ ਤਮਾਸ਼ਾ ਵੇਖੀਏ। ਇਹਨੇ ਪ੍ਰਿਥਵੀ ਰਾਜ ਨੂੰ ਸਮਝਾ ਦਿੱਤਾ ਤੇ ਇਸ ਤਰ੍ਹਾਂ ਸਮਝਾ ਕੇ ਪ੍ਰਿਥਵੀ ਰਾਜ ਦੇ ਹੱਥੋਂ ਪ੍ਰਿਥਵੀ ਰਾਜ ਰਾਸੋ ਗ੍ਰੰਥ ਦੇ ਮੁਤਾਬਕ ਸ਼ਾਹਬੂਦੀਨ ਮੁਹੰਮਦ ਗੌਰੀ ਨੂੰ ਕਤਲ ਕਰਵਾ ਦਿੱਤਾ ਸੀ। ਇਹ ਚਾਂਦ ਭੱਟ ਦੀ ਇਹ ਕਰਨੀ ਕਮਾਈ ਸੀ। ਇਸੇ ਤਰ੍ਹਾਂ ਭੱਟਾਂ ਦਾ ਨਾਮ ਹੋਰ ਵੀ ਬੇਅੰਤ ਗ੍ਰੰਥਾਂ ਦੇ ਵਿੱਚ, ਔਰ ਉਹਨਾਂ ਦੇ ਆਪਣੇ ਗ੍ਰੰਥ ਵੀ ਬੜੇ ਨੇ। ਸੋ ਸਾਧ ਸੰਗਤ ਜੀ, ਇੱਕ ਬੜਾ ਕੀਮਤੀ ਸਾਡੇ ਇਤਿਹਾਸ ਦਾ ਗ੍ਰੰਥ ਹੈ, ਜਿਸ ਗ੍ਰੰਥ ਦਾ ਨਾਮ ਹੈ ਭਾਈ ਮਨੀ ਸਿੰਘ ਸਾਹਿਬ ਜੀ ਦਾ ਸ਼ਹੀਦ ਬਿਲਾਸ। ਉਹਦਾ ਨਾਮ ਹੈ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ। ਇਹ ਸਰਦਾਰ ਅਜੀਤ ਸਿੰਘ ਜੀ ਲਾਹਵਿਆਂ ਵਾਲਿਆਂ ਦੇ ਕੋਲ ਰਹਿ ਕੇ ਕਵੀ ਸੇਵਾ ਸਿੰਘ ਜੀ ਨੇ ਲਿਖਿਆ ਹੈ ਤੇ ਕਵੀ ਸੇਵਾ ਸਿੰਘ ਜੀ ਭੱਟਾਂ ਵਿੱਚੋਂ ਹੀ ਹੋਏ ਨੇ। ਇਹ ਭੱਟ ਕੀਰਤ ਜੀ ਦੀ ਬੰਸਾਵਲੀ ਦੇ ਵਿੱਚੋਂ ਅੱਗੇ ਜਾ ਕੇ ਤਕਰੀਬਨ 8ਵੀਂ ਕਤਾਨ ਤੇ ਹੋਏ ਨੇ, ਜਿਨ੍ਹਾਂ ਨੇ ਸਰਦਾਰ ਅਜੀਤ ਸਿੰਘ ਲਾਹਣਵਾਲੇ, ਉਹ ਬੜਾ ਯੋਧਾ ਅਣਖੀ ਸੂਰਮਾ ਸੀ। ਅੰਗਰੇਜ਼ਾਂ ਦੀ ਉਹਨੇ ਬਿਲਕੁਲ ਕਾਣ ਨਾ ਮੰਨੀ ਤੇ ਅੰਗਰੇਜ਼ਾਂ ਨੇ ਕੈਦ ਕੀਤਾ। ਜੂਝ ਕੇ ਲੜ ਕੇ ਕੈਦ ਵਿੱਚੋਂ ਨਿਕਲ ਕੇ ਉਹ ਆ ਸੂਰਮਾ ਸੀ ਜਿਹੜਾ ਭਾਵੇਂ ਬਾਅਦ ਵਿੱਚ ਗੁਮਨਾਮੀ ਦੀ ਮੌਤ ਹੀ ਮੋਇਆ, ਗੁਰੂ ਚਰਨਾਂ ਵਿੱਚ ਜਾ ਬਿਰਾਜਾ, ਪਰ ਉਹਨੇ ਪੰਥ ਨਾਲ ਦਾਰੀ ਨਹੀਂ ਕੀਤੀ। ਉਹਨਾਂ ਦੇ ਕੋਲ ਰਹਿ ਕੇ ਕਵੀ ਸੇਵਾ ਜੀ ਨੇ ਗ੍ਰੰਥ ਲਿਖਿਆ, ਬੜਾ ਕੀਮਤੀ ਗ੍ਰੰਥ ਹੈ। ਇਹ ਬੇਨਤੀਆਂ ਤਾਂ ਕੀਤੀਆਂ ਨੇ ਕਿ ਭੱਟਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਇਤਿਹਾਸ ਦੇ ਵਿੱਚ। ਇੰਨਾ ਹੀ ਨਾ ਸਮਝ ਲਈਏ ਵੀ 11 ਭੱਟਾਂ ਦੀ ਬਾਣੀ ਦਰਜ ਹੈ, ਉਹਨਾਂ ਦਾ ਬਹੁਤ ਵੱਡਾ ਯੋਗਦਾਨ।
ਤੋ ਇਹ ਉਹਨਾਂ ਮਹਾਂਪੁਰਖਾਂ ਦੇ ਨਾਮ ਜਾਣੋ ਜੀ। ਵੱਡੇ ਬੈਸ ਮਹਿ ਭੇਖ ਸਾਰ। ਸਾਰਿਆਂ ਦੇ ਵਿੱਚੋਂ ਵੱਡਾ ਕੌਣ ਹੈ? ਭਗਤ ਭਿੱਖਾ ਜੀ ਬਜ਼ੁਰਗ ਨੇ, ਤੇ ਬਾਕੀ 4 ਇਹਨਾਂ ਦੇ ਪੁੱਤਰ ਨੇ, ਇੱਕ ਇਹਨਾਂ ਭਰਾ ਹੈ, ਕੁਝ ਭਤੀਜੇ ਹਨ। ਇਸ ਤਰ੍ਹਾਂ ਕਰਕੇ ਇਹ ਸਾਰਾ ਪਰਿਵਾਰ ਹੈ ਭੱਟਾਂ ਦਾ। ਹੋਏ ਇਕੱਤਰ ਲੱਗੇ ਗੁਰ ਖੋਜਣ। ਇਹ ਸਾਧ ਸੰਗਤ ਜੀ, ਜਿਵੇਂ ਆਰੰਭ ਵਿੱਚ ਆਪਾਂ ਇਹ ਬੇਨਤੀ ਦਾਸ ਨੇ ਕੀਤੀ ਕਿ ਪਿਆਸ ਜਾਗੀ ਅੰਦਰ, ਪਰਮੇਸ਼ਰ ਦੇ ਨਾਮ ਦੀ ਪਿਆਸ ਜਦੋਂ ਜਾਗੀ ਨਾ, ਤੇ ਅੰਦਰੋਂ ਇਹ ਸਵਾਲ ਪੈਦਾ ਹੋਇਆ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕੈ ਤਾਈ। ਅੰਦਰ ਪਿਆਸ ਜਾਗੀ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਾਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਬਹੁਤੇ ਲੋਕ ਕੀ ਮੰਗਦੇ ਨੇ? ਬਾਬਾ ਜੀ ਪੁੱਤ ਦੇ ਦਿਓ, ਕਾਰੋਬਾਰ ਦੇ ਦਿਓ, ਬਾਬਾ ਜੀ ਬਾਹਰ ਦਾ ਵੀਜ਼ਾ ਲਵਾ ਦਿਓ, ਸਾਡੇ ਬੱਚੇ ਦੇ ਬੱਚੀ ਦੇ 6 ਬੈਂਡ 7 ਬੈਂਡ ਹੀ ਆ ਜਾਣ ਆਈਲੈਟਸ ਚ। ਇਹੋ ਕੁਝ ਕੋਈ ਕੋਈ ਵਿਰਲਾ ਹੈ ਜਿਹੜਾ ਆ ਕੇ ਕਹਿੰਦਾ ਸਤਿਗੁਰੂ ਆਪਣੇ ਚਰਨਾਂ ਦੀ ਰੀਤ ਦੇ ਦਿਓ। ਕੋਈ ਸੋ ਇਹਨਾਂ ਦੇ ਅੰਦਰ ਉਹ ਪਿਆਸ ਉੱਠੀ ਤੇ ਇਹਨਾਂ ਨੇ ਪੂਰਾ ਗੁਰੂ ਲੱਭਣਾ ਸ਼ੁਰੂ ਕੀਤਾ। ਦੇਸ਼ ਵਿਦੇਸ਼ਣ ਮਹਿ ਹਿਤ ਧਾਰ। ਇਹ ਦੇਸ਼ ਵਿਦੇਸ਼ ਦੂਰ ਨੇੜੇ ਸਭ ਥਾਂ ਤੇ ਲੱਭਦੇ ਲਭਾਉਂਦੇ ਫਿਰਦੇ ਰਹੇ। ਪੰਥ ਜਿਤੇ ਜਗ ਵਿਖੈ ਪਰ ਬਿਰਤੇ। ਜਿੰਨੇ ਵੀ ਵੱਡੇ ਵੱਡੇ ਸਾਧ ਸੰਗਤ ਜੀ ਪ੍ਰਵਿਰਤੀ ਦੇ ਨਿਰਵਿਰਤੀ ਦੇ ਮਾਰਗ ਵਾਲੇ ਸਨ, ਵੱਡੇ ਵੱਡੇ ਜੋਗੀ, ਵੱਡੇ ਵੱਡੇ ਜੰਗਮ, ਆ ਜਾ ਕੇ ਉਹਦੇ ਕੋਲ ਬੈਠੇ ਦਰਸ਼ਨ ਕੀਤੇ, ਉਹਨਾਂ ਦੇ ਅੰਦਰੋਂ ਖੋਜ ਕਰਨ ਦਾ ਯਤਨ ਕੀਤਾ। ਸਭ ਕੇ ਨਿਕਟ ਕਰਤ ਪ੍ਰਸਥਾਨ। ਇਹਨਾਂ ਕੋਈ ਸਾਧ ਨਾ, ਖਾਸ ਕਰਕੇ ਭਿੱਖਾ ਜੀ ਜੋ ਇਹਨਾਂ ਦੇ ਪਿਤਾ ਨੇ, ਬਜ਼ੁਰਗ ਨੇ, ਉਹਨਾਂ ਨੇ ਹਰ ਇੱਕ ਜਗ੍ਹਾ ਤੇ ਜਾ ਜਾ ਕੇ ਹਰ ਸਾਧੂ ਨੂੰ ਟੋਲਿਆ। ਗਿਰੀ ਪੁਰੀ ਆਦਿਕ ਸੰਨਿਆਸੀ। ਗਿਰੀ ਤੇ ਪੁਰੀ ਇਹ ਅੱਡ ਅੱਡ ਸੰਪਰਦਾਵਾਂ ਸੰਨਿਆਸੀਆਂ ਦੇ ਵਿੱਚੋਂ ਸਾਧ ਸੰਗਤ ਜੀ 10 ਨਿਕਲਦੀਆਂ ਨੇ ਸੰਪਰਦਾਵਾਂ। ਤੇ ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਕਿ ਜਿਹੜੇ ਸੰਨਿਆਸੀ ਤੇ ਜੋਗੀ 12 ਮੈਂ ਜੋਗੀ ਉਰਝਾਏ, ਸੰਨਿਆਸੀ ਸ਼ੈ 4। 12 ਜੋਗੀਆਂ ਦੇ ਪੰਥ ਨੇ ਤੇ 10 ਸੰਨਿਆਸੀਆਂ ਦੇ ਮਾਰਗ ਨੇ। ਇਹ ਸਾਰੇ ਜਾ ਜਾ ਕੇ ਲੱਭ ਲਏ ਹਨ ਤੇ ਸੁਣੇ ਬੈਨ ਹਿਤ ਠਾਨ। ਉਹਨਾਂ ਦੇ ਕੋਲੋਂ ਜਾ ਕੇ ਬਚਨ ਵੀ ਸੁਣੇ ਤੇ ਉਹਨਾਂ ਦੇ ਦਰਸ਼ਨ ਕੀਤੇ। ਜੋਗ ਅਭਿਆਸੀ ਆਰ ਕੰਨ ਪਾਟੇ ਜੋਗੀਆਂ ਕੋਲ ਵੀ ਗਏ, ਜੋਗ ਅਭਿਆਸੀਆਂ ਦੇ ਕੋਲ ਵੀ ਗਏ। ਦੋਨੋਂ ਢਿਗ ਕੀਏ ਸੰਗ ਮਹਾਨ। ਤੇ ਦੋਵਾਂ ਸਾਰੀਆਂ ਥਾਵਾਂ ਤੇ ਜਾ ਜਾ ਕੇ ਹਰ ਤਰ੍ਹਾਂ ਦਾ ਯਤਨ ਕੀਤਾ ਕਿ ਕਿਤਿਓਂ ਸਾਨੂੰ ਸੱਚ ਦੀ ਖੋਜ ਲੱਭ ਜਾਵੇ। ਬ੍ਰਹਮਚਾਰੀ ਤਪਸੀ ਬੈਰਾਗੀ। ਬ੍ਰਹਮਚਾਰੀਆਂ ਕੋਲ ਗਏ, ਤਪਸੀਆਂ ਕੋਲ ਗਏ, ਬੈਰਾਗੀਆਂ ਗਏ ਹਨ। ਅਪਰ ਕਿਤਕ ਕੋ ਕਰੈ ਬਖਾਨ। ਵੀ ਕਿੰਨਿਆਂ ਕਦੇ ਨਾਮ ਜਿਨ੍ਹਾਂ ਦਾ ਜ਼ਿਕਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜੀ ਕੇ, ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ, ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹਿ ਮਤ, ਕਉ ਨਾ ਦੇਖੀਅਤ ਪ੍ਰਾਨਪਤੀ ਕੇ। ਐਸੇ ਇਹਨਾਂ ਦੇ ਵੀ ਪਿਆਰੇ ਬਚਨ ਹਨ। ਸੰਮਤ ਏਕ ਫਿਰੇ ਜਗ ਖੋਜਤ। ਕਾ ਦਿੱਤਾ ਵਿਦਿਆ ਤਿਆ ਸਭ ਕੁਝ ਛੱਡ ਕੇ 1 ਸਾਲ ਲੱਭਦਿਆਂ ਜੁੜ ਗਿਆ। ਜੇ ਸਾਧਕ ਪਰਲੋਕ ਉਦਾਰ। ਆਪਾਂ 10 ਕੁ ਦਿਨਾਂ 'ਚ ਹੀ ਅੱਕ ਜਾਵਾਂਗੇ ਵੀ ਕੋਈ ਸਾਧੂ ਨਹੀਂ ਲੱਭਦਾ ਜਗਤ ਤੇ, ਸਾਰੇ ਝੂਠੇ ਤੁਰੇ ਫਿਰਦੇ। ਭੱਟ ਭਿੱਖਾ ਜੀ ਸਾਲ 1 ਹੋ ਗਿਆ ਫਿਰਦਿਆਂ ਕੋਈ ਸੱਚਾ ਸਾਧੂ ਨਹੀਂ ਲੱਭਾ, ਸਾਰੇ ਝੂਠੇ ਹੀ ਟੱਕਰਦੇ ਰਹੇ। ਜਦੋਂ 1 ਸਾਲ ਪੂਰਾ ਲੰਘ ਗਿਆ ਨਿਜ ਬਚਨ ਸ਼ਾਂਤ ਦੇ ਚਿੱਤ। ਤਾਂ ਸਾਧ ਸੰਗਤ ਜੀ ਆਪਣੇ ਮਨ ਦੇ ਅੰਦਰੋਂ ਉਹ ਬੈਰਾਗ ਨਾਲ ਅਰਦਾਸਾਂ ਕਰਦੇ, ਹੇ ਵਾਹਿਗੁਰੂ ਕਿਰਪਾ ਕਰਕੇ ਪੂਰਾ ਗੁਰੂ ਮਿਲਾ ਦਿਓ। ਐਸੋ ਕਤਹੂ ਨਹੀਂ ਨਿਹਾਰ। ਇਹੋ ਜਿਹਾ ਕੋਈ ਪੁਰਖ ਹੋਵੇ
ਜਾਂ ਸਾਧੂ ਹੋਵੇ ਜਾਂ ਇੰਦਰੀਆਂ ਦਾ ਮਨ ਕਾਬੂ ਵਿੱਚ ਹੋਵੇ, ਵੇਖਣ ਨੂੰ ਲੱਗਦਾ ਸਦ ਬੜਾ ਚੰਗਾ ਹੈ, ਗੱਲਾਂ ਬੜੀਆਂ ਸੋਹਣੀਆਂ ਕਰਦਾ ਹੈ, ਮਗਰੋਂ ਪਤਾ ਲੱਗਦਾ ਹੈ ਵੀ ਇਹਦੇ ਤਪਲੇ ਕੁਝ ਨਹੀਂ, ਇਹਦੀਆਂ ਤੇ ਇੰਦਰੀਆਂ ਤੇ ਇਹਦਾ ਕਾਬੂ ਨਹੀਂ, ਜ਼ਬਾਨ ਦੇ ਚਸਕਿਆਂ ਪਿੱਛੇ ਰੁੜਿਆ ਪਿਆ, ਕੋ ਕਾਮ ਵਾਸਨਾ ਦੇ ਵਿੱਚ ਡੁੱਬਾ ਪਿਆ। ਮਗਰੋਂ ਜਾ ਕੇ ਫਿਰ ਪਤਾ ਲੱਗਦਾ ਵੀ ਇਹ ਤਾਂ ਗੱਲਾਂ ਗੱਲਾਂ ਹੀ ਨੇ, ਪੱਲੇ ਕੁਛ ਨਹੀਂ, ਕਮਾਈ ਨਹੀਂ ਹੈ। ਦੇਸ਼ ਵਿਦੇਸ਼ਣ ਸਗਰੇ ਫਿਰ ਕਰ, ਦੇਸ਼ ਵਿਦੇਸ਼ ਸਭ ਥਾਵਾਂ ਤੇ ਲੱਭ ਲਭਾ ਕੇ ਭਏ ਉਦਾਸ ਗਏ ਜਬ ਹਾਰ। ਜਦੋਂ ਉਦਾਸ ਜੇ ਹੋ ਗਏ, ਹਾਰ ਗਏ ਵੀ ਸੱਚਾ ਸਾਧੂ ਕੋਈ ਹੈ ਹੀ ਨਹੀਂ ਜਾਪਦਾ ਦੁਨੀਆ ਤੇ, ਲੱਗਦਾ ਕੋਈ ਨਹੀਂ ਲੱਭਣਾ। ਉਤਰਿਓ ਗਰਭ ਅਹੈ ਹਮ ਜਗ ਮਹਿ, ਤਾਂ ਇਸ ਤਰ੍ਹਾਂ ਬਹੁਤ ਮਨ ਦੇ ਵਿੱਚੋਂ ਉਹ ਆਸਾ ਜੀ ਮਿਟਣ ਲੱਗ ਪਈ ਤੇ ਮਨ ਨਿਰਾਸ਼ ਜਿਹਾ ਹੋ ਗਿਆ, ਅੰਦਰੋਂ ਜਿਹੜਾ ਹੈ ਉਹ ਸੁਲਣ ਜੇ ਲੱਗ ਪਿਆ। ਤਉ ਨਾ ਦੇਖਿਓ ਬਿਨਾ ਵਿਕਾਰ, ਉਹ ਕਹੇ ਜਗਤ ਤੇ ਕੋਈ ਵੇਖਿਆ ਹੀ ਨਹੀਂ ਬਿਨਾਂ ਵਿਕਾਰਾਂ ਤੋਂ, ਹਰ ਕੋਈ ਕਿਤੇ ਨਾ ਕਿਤੇ ਡਿੱਗਾ ਪਿਆ ਹੈ। ਜਾਂ ਤੇ ਸਤਿਗੁਰ ਸਭ ਤੇ ਦੀਰਗ, ਜਿਹੜਾ ਪੂਰਾ ਗੁਰੂ ਹੈ ਨਾ ਉਹ ਨਹੀਂ ਕਿਤੇ ਲੱਭਦਾ, ਜਿਹੜਾ ਸਾਰਿਆਂ ਤੋਂ ਉੱਚਾ ਹੋਵੇ, ਵਿਸ਼ੇ ਵਾਸ਼ਨਾ ਇਤਿਆਦਿ ਤੋਂ ਜਕੇ ਮਿਲਤ ਚਿਤ ਪਾਏ। ਜੋ ਸਤਿਗੁਰ ਤਿਲ ਨਾ ਤਮਾਈ ਵਾਲਾ ਹੋਵੇ, ਤਿਲ ਜਿੰਨੀ ਵੀ ਤਾਨਾ ਜਿਹਨੂੰ ਹੋਵੇ, ਜਿਹਨੂੰ ਮਿਲਦਿਆਂ ਹੀ ਮਨ ਸ਼ਾਂਤ ਹੋਵੇ, ਜਿਹਦੇ ਦਰਸ਼ਨ ਕਰਦਿਆਂ ਹੀ ਅੰਦਰ ਦਾ ਧੁੜ ਫੁੱਕ ਜਾਵੇ, ਜਿਹਦਾ ਸਿਰ ਤੇ ਹੱਥ ਆਉਂਦਿਆਂ ਹੀ ਮਾਇਆ ਦੇ ਛੌੜ ਕੱਟੇ ਜਾਣ, ਐਸਾ ਕਿਤੇ ਨਹੀਂ ਹੁੰਦਾ। ਬਿਨਾ ਗਰਭ ਤੇ ਸਰਬ ਭਏ, ਜਦੋਂ ਹੰਕਾਰ ਲਾ ਕੇ ਸਾਰਾ ਤੇ ਲੱਗੇ ਅਰਦਾਸਾਂ ਬੇਨਤੀਆਂ ਕਰਨ, ਜਬ ਸੁਦਾ ਸਰੋਵਰ ਕੀ ਦੇਸ਼ ਆਏ। ਜਦੋਂ ਸ੍ਰੀ ਅੰਮ੍ਰਿਤ ਸਰੋਵਰ ਜੀ ਦੀ ਦਿਸ਼ਾ ਵਾਏ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲ, ਮਹਿਮਾ ਸੁਣ ਅਨੇਕ ਲੋਕ ਤੇ, ਸਤਿਗੁਰਾਂ ਦੀ ਮਹਿਮਾ ਲੋਕਾਂ ਦੇ ਇਹਨਾਂ ਸੁਣ ਲਈ ਹੈ। ਇਹ ਆਰੰਭ ਵਿੱਚ ਦਾਸ ਨੇ ਬੇਨਤੀ ਕੀਤੀ ਵੀ ਵਿਦਵਾਨਾਂ ਦਾ ਆਪੋ ਵਿੱਚ ਦੀ ਇਸ ਗੱਲ ਤੇ ਮਤਭੇਦ ਵੀ ਹੈ। ਕਈਆਂ ਨੇ ਤੀਜੇ ਪਾਤਸ਼ਾਹ ਵੇਲੇ, ਕਈਆਂ ਨੇ ਚੌਥੇ ਤੇ ਬਹੁਤਿਆਂ ਨੇ ਪੰਜਵੇਂ ਪਾਤਸ਼ਾਹ ਵੇਲੇ ਆਉਣਾ ਲਿਖਿਆ ਹੈ। ਉਹ ਵੀ ਜ਼ਿਆਦਾਤਰ ਗਿਣਤੀ ਮੰਨਦੀ ਹੈ ਕਿ ਗੋਇੰਦਵਾਲ ਸਾਹਿਬ ਮਿਲਾਪ ਹੋਇਆ ਹੈ। ਕਵੀ ਜੀ ਨੇ ਅੰਮ੍ਰਿਤਸਰ ਸਾਹਿਬ ਲਿਖਿਆ ਹੈ। ਸੁਭਾਵਕ ਹੈ ਕਿ ਇਹਨਾਂ ਗੱਲਾਂ ਦੀ ਇਤਿਹਾਸ ਵਿੱਚ ਜਦੋਂ ਪੂਰੀ ਡਿਟੇਲ ਮਿਲਦੀ ਨਾ, ਅੱਡ ਅੱਡ ਵਿਦਵਾਨਾਂ ਨੇ ਇਹ ਦਨ ਕਰ ਦਿੱਤਾ ਕਿ ਅਰਜਨ ਸਤਿਗੁਰ ਸੁਖ ਦਾਏ। ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਪਰ ਬਿਰਾਜੇ ਨੇ, ਜਿਹੜੇ ਉਸੇ ਸਾਲ ਦੀ ਗੱਲ ਦੇ ਨੇ, ਲਿਖੇ ਸਹਿਤ ਸਕਲ ਹੀ ਮਿਲ ਕੈ। ਬਾਬਾ ਜੀ ਭਾਜੀ ਜੋ ਬਜ਼ੁਰਗ ਭਾਜੀ ਤੇ ਕੀਰਤ ਜੀ, ਜਾਲਪ ਜੀ, ਹਰਬੰਸ ਜੀ, ਗਯੰਦ ਜੀ, ਇਸੇ ਤਰ੍ਹਾਂ ਕਲ ਸਹਾਰ ਜੀ, ਨਾਰੀ ਭੱਲ ਜੀ, ਜਾਲਪ ਜੀ, ਇਹ ਸਾਰੇ ਮਹਾਂਪੁਰਖ ਆ ਗਏ। ਦਰਸ਼ਨ ਹਿਤ ਚਿਤ ਚੌਂਪ ਵਡਾਈ, ਮਨ ਵਿੱਚ ਬੜਾ ਚਾਅ ਸੀ ਵੀ ਵਡਿਆਈ ਸੁਣੀ ਹੈ ਪੂਰੇ ਗੁਰੂ ਦੀ, ਅੱਜ ਪੂਰੇ ਗੁਰੂ ਦੇ ਦਰਸ਼ਨ ਹੋ ਜਾਣਗੇ। ਗੁਣ ਕੋ ਸੁਤ ਸ਼ਾਂਤ ਹੋਏ ਆਈ, ਜਦੋਂ ਸਤਿਗੁਰੂ ਜੀ ਦੇ ਗੋਣੀ ਸੁਣੇ ਅਜੇ ਤਾਂ ਮਨ ਉਦੋਂ ਹੀ ਸ਼ਾਂਤ ਹੋ ਗਿਆ। ਸ਼੍ਰੀ ਅਰਜਨ ਕੋ ਸਿਮਰਤ ਨਾਮ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਿਆ ਹੈ। ਸਤਿਗੁਰਾਂ ਦਾ ਨਾਮ ਜਦੋਂ ਸੁਣਿਆ ਹੈ, ਅਬ ਪਹੁੰਚੇ ਹਰ ਮੰਦਰ ਮੈਂ, ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਜਾ ਪਹੁੰਚੇ ਦਰਸ਼ਨ ਕਰਨ ਲਈ। ਜਬ ਦਰਸ਼ਨ ਪਿਖਿਓ ਅਜਬ ਅਬਿਰਾਮ, ਜਦੋਂ ਗੁਰੂ ਕੇ ਦਰਬਾਰ ਵਿੱਚ ਜਾ ਕੇ ਦਰਸ਼ਨ ਕੀਤੇ, ਅਜਬ ਹੀ ਦਰਸ਼ਨ ਹੋਏ ਇਹਨਾਂ ਨੂੰ। ਸ਼ਿਆਮ ਸਰੂਪ ਅਨੂਪ ਚਤੁਰ ਭੋਜ, ਜੋ ਪਰਮੇਸ਼ਰ ਦਾ ਅਕਾਲ ਪੁਰਖ ਜੀ ਦਾ ਸ਼ਿਆਮ ਜੀ ਦਾ ਸਰੂਪ ਹੈ ਨਾ, ਵਾਹਿਗੁਰੂ ਦਾ ਚਤੁਰ ਭੁਜ, ਇਹ ਪਰਮੇਸ਼ਰ ਨਾਮ ਹੈ। ਇਹਦਾ ਲਿਟਰਲੀ ਅਰਥ ਕੋਈ ਲੈ ਲਵੇ ਚਾਰ ਬਾਹਾਂ ਵਾਲਾ, ਐਸਾ ਥੋੜੀ ਹੈ। ਇਹਦਾ ਇਹ ਹੈ ਕਿ ਚਾਰੇ ਦਿਸ਼ਾਵਾਂ ਵਿੱਚ ਹੀ ਉਹਦਾ ਹੱਥ ਹੈ। ਜਦੋਂ ਕਵਾਂਗੇ ਪਰਮੇਸ਼ਰ ਚਤੁਰ ਭੁਜ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਉਹਦੀਆਂ ਚਾਰ ਬਾਹਾਂ ਨੇ। ਇਹਦਾ ਅਰਥ ਇਹ ਆਏਗਾ ਕਿ ਹੈ ਨਾ ਚਾਰ ਦਿਸ਼ਾਵਾਂ ਵਿੱਚ ਉਹਦਾ ਹੈ। ਜੋ ਹਜੂਰ ਨੇ ਬਚਨ ਫਰਮਾਇਆ, ਚਤੁਰ ਦਿਸ਼ਾ ਕੀਨੋ ਬਲ ਆਪਣਾ ਤਾਂ ਕਿ ਭੁਜ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦੁਖ ਦਾਰਿਓ। ਐਸਾ ਜੋ ਗੁਰੂ ਹੈ, ਉਹ ਵਡਿਆਈ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖੋਂ ਸੁਣ ਕੇ, ਸੁਣਦਨ ਸੋ ਸ਼ਾਪ ਕੋ ਧਾਮ,
ਅੰਦਰ ਅੰਮ੍ਰਿਤ ਦਾ ਕੁੰਡ ਧੰਨ ਗੁਰੂ ਅਰਜਨ ਮੁਖ ਨੂੰ ਇਹਨਾਂ ਨੇ ਜਾਣਿਆ। ਮਹਾਂ ਜੋਤ ਜਗਤ ਚਹੁ ਦਿਸ਼ ਮਹਿ ਮਹਾਨ ਜੋਰ ਪਿੰਡਾਂ ਦੇ ਜਗ ਸਾਰਿਆਂ ਦੇ ਘਟ ਘਟ ਵਿੱਚ ਜੋਤ ਹੈ। ਕਰ ਤੂੰ ਏਕ ਸੋ ਨੰਬਰ ਪ੍ਰਣਾਮ ਉਸ ਦੇ ਦਰਸ਼ਨ ਕਰਦੇ ਸਭ ਮਹਿ ਜੋਤ ਜੋਤ ਹੈ ਤਿਸ ਦਾ ਚਾਨਣ ਸਭੈ ਹੋਏ। ਇਹ ਚਾਨਣ ਇਹਨਾਂ ਮਹਾਂਖਾਂ ਨੂੰ ਹੋ ਆਇਆ। ਦਰਸ਼ਨ ਮਾਤਰ ਕਰਿਆ ਹੀ ਭਰਮ ਦੇ ਛੌੜ ਕੱਟੇ ਗਏ, ਕਪਾਟ ਖੁੱਲ ਗਏ ਹਨ। ਹਰ ਪਾਸੇ ਪਰਮੇਸ਼ਰ ਦੀ ਜੋਤ ਨਜ਼ਰ ਆਉਣ ਲੱਗ ਪਈ ਹੈ। ਅਜਪਾ ਜਾਪ ਅੰਦਰ ਚੱਲ ਪਿਆ, ਸੋ ਸ਼ਾਂਤੀ ਅੰਦਰ ਵਰਤ ਗਈ। ਸਾਰੇ ਪਾਸੇ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਸੋ ਲੱਗ ਪਿਆ ਹੈ। ਐਸੀ ਅਵਸਥਾ ਇਹਨਾਂ ਨੇ ਦਰਸ਼ਨ ਮਾਤਰ ਕਰਨ ਦੇ ਨਾਲ ਕਰ ਲਈ। ਸਤਿਗੁਰਾਂ ਦੇ ਨਾਲ ਕੀ ਬਚਨ ਵਿਲਾਸ ਹੋਏ, ਕਿਵੇਂ ਇਹਨਾਂ ਨੇ ਬਾਣੀ ਉਚਾਰੀ, ਉਹਨੂੰ ਸਾਂ ਨੇ ਕੀ ਸਨਮਾਨ ਦਿੱਤਾ ਤੇ ਕਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜਾ ਦਿੱਤਾ, ਇਹ ਕੱਲ ਨੂੰ ਸੁਣਾਂਗੇ। ਬੇਅੰਤ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਸੁਭਾਵਿਕ ਰੂਪ ਵਿੱਚ ਰਹਿ ਜਾਂਦੀਆਂ ਹਨ। ਸਤਿਗੁਰੂ ਜੀ ਸੰਗਤ ਆਪ ਬਖਸ਼ੇ ਬਖਸ਼ੀ। ਆਓ ਅਖੀਰਲੇ ਵਚਨਾਂ ਨੂੰ ਸਾਰਾ ਸਾਂਝੇ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਾਨ ਦਾ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਸ਼ਯਾਮ ਸਰੂਪ ਅਨੂਪ ਚਤੁਰਭੁਜ ਸੁੰਦਰ ਬਦਨ ਸੋ ਸਭ ਕੋ ਧਾਮ। ਮਹਾ ਜੋਤ ਜਾਗਤ ਚਹੁ ਦਿਸ਼ ਮੈਂ ਕਰਤ ਅਨੇਕ ਸੋ ਨੰਬਰ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।